ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਗੱਲਬਾਤ ਵਿਸ਼ਾ ਰਹੇਗਾ ਕਿ ਹਸਪਤਾਲਾਂ ਦੇ ਮਾੜੇ ਪ੍ਰਬੰਧ ਜਾਂ ਹਸਪਤਾਲਾਂ ਦੇ ਮਾੜੇ ਹਾਲਾਤ, ਮਰੀਜ਼ਾਂ ਨਾਲ ਹੁੰਦੀ ਖੱਜਲ ਖੁਆਰੀ, ਭਾਵੇਂ ਕਿ ਸਿਹਤ ਮੰਤਰੀ ਤੇ ਡਾਕਟਰ ਰਾਜ ਬਹਾਦਰ ਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਚੁੱਕਿਆ ਆ। ਉਹਦੇ ਵਿੱਚ ਮੰਤਰੀ ਸਾਹਿਬ ਦਾ ਅਸਤੀਫਾ ਮੰਗਿਆ ਜਾ ਰਿਹਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਆਪਣੇ ਪੱਧਰ ਤੇ ਜ਼ੋਰ ਲਾ ਰਹੀ ਹੈ, ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾ ਰਿਹਾ। ਪਰ ਗੱਲ ਕੀ ਅਸਤੀਫੇ ਦੇ ਨਾਲ ਖਤਮ ਹੋ ਜਾਏਗੀ? ਕਿ ਉਹਨਾਂ ਪ੍ਰਬੰਧਾਂ ਦੇ ਉੱਤੇ ਕੋਈ ਕੰਮ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ? ਕਿਉਂਕਿ ਬਹੁਤ ਗਿਣਤੀ ਜਿਹੜਾ ਗਰੀਬ ਤਬਕਾ ਆ ਉਹੀ ਸਰਕਾਰੀ ਹਸਪਤਾਲਾਂ ਵੱਲ ਮੂੰਹ ਕਰਦਾ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਜਿਵੇਂ ਮੈਂ ਸਵਾਲ ਖੜਾ ਕੀਤਾ, ਇਹ ਲੋਕ ਬਹੁਤ ਸਵਾਲ ਖੜਾ ਕਰ ਰਹੇ ਨੇ ਕਿ ਮੰਤਰੀ ਸਾਹਿਬ ਨੇ ਜੋ ਕੀਤਾ ਉਹ ਇੱਕ ਵੱਖਰਾ ਹੋ ਕੇ, ਜੇ ਅਸੀਂ ਹਸਪਤਾਲਾਂ ਬਾਰੇ ਸੋਚੀਏ ਕਿ ਹਸਪਤਾਲਾਂ ਦੇ ਵਿੱਚ ਪ੍ਰਬੰਧਾਂ ਦੀ ਘਾਟ ਹੈ, ਇਸੇ ਕਰਕੇ ਜੇ ਚਲੋ ਉਹਨਾਂ ਦਾ ਤਰੀਕਾ ਕਹਿੰਦੇ ਗਲਤ ਹੋ ਸਕਦਾ, ਪਰ ਜਿਹੜੇ ਪ੍ਰਬੰਧਾਂ ਦੀ ਘਾਟ ਹੈ ਉਹਨੂੰ ਕਿੱਦਾਂ ਪੂਰਾ ਕੀਤਾ ਜਾ ਸਕਦਾ? ਦੇਖੋ ਸੁਖਵਿੰਦਰ ਜੀ, ਜਿਹੜਾ ਲੋਕਾਂ ਦਾ ਕਹਿਣਾ ਹੈ, ਇੱਕ ਤਾਂ ਆਮ ਲੋਕ ਤਾਂ ਕਹਿੰਦੇ ਨਹੀਂ, ਆਮ ਲੋਕ ਤਾਂ ਪਹਿਲਾਂ ਹੀ ਸਫਰ ਕਰਦੇ, ਉਹਨਾਂ ਨੂੰ ਕੌਣ ਸੁਣਦਾ? ਇਹਨਾਂ ਦੇ ਫੇਸਬੁੱਕ ਹੀ ਪਹਿਲਵਾਨ ਕਹਿ ਰਹੇ ਨੇ। ਸਿੱਖਿਆ ਤੇ ਸਿਹਤ ਨੂੰ ਜਦ ਅਸੀਂ ਮੁਕਾਬਲਾ ਕਰਦੇ ਹਾਂ, ਰੋਜ਼ ਇਕੱਠਾ ਕਰਦੇ ਨੇ। ਸਿੱਖਿਆ ਦੇ ਵਿੱਚ ਕਰੋਨਾ ਦੇ ਦੌਰਾਨ ਸਰਕਾਰੀ 'ਚ ਕੋਈ ਕੰਮ ਨਹੀਂ ਹੋਇਆ, ਪ੍ਰਾਈਵੇਟ ਵਾਲੇ ਫਿਰ ਵੀ ਆਨਲਾਈਨ ਕਲਾਸਾਂ ਲੈਂਦੇ ਰਹੇ ਨੇ। ਪਰ ਹੈਲਥ ਦੇ ਵਿੱਚ ਉਲਟ ਸੀ, ਪ੍ਰਾਈਵੇਟ ਵਾਲਿਆਂ ਨੇ ਬੰਦ ਕਰਤੇ ਸੀ ਆਪਦੇ ਕਲੀਨਿਕ, ਵੀ ਅਸੀਂ ਨਹੀਂ ਆਉਣ ਦੇਣਾ। ਮੈਨੂੰ ਫੋਨ ਆਉਂਦੇ ਰਹੇ ਨੇ ਕਿ ਜੀ ਉਹਨਾਂ ਨੇ ਤਾਂ ਤਖਤੀਆਂ ਦਾ ਤਾਂ ਵੀ ਸਾਡੇ ਘਰੇ ਨਾ ਆਓ। ਸਰਕਾਰੀ ਕਰਦੇ ਰਹੇ ਨੇ। ਪਹਿਲਾਂ ਤਾਂ ਇਹ ਫਰਕ ਸਮਝ ਲੈਣ। ਦੂਜਾ ਫਰਕ ਕੀ ਹੈ? ਪ੍ਰਾਈਵੇਟ ਦੀ ਵੱਡੀ ਤੋਂ ਵੱਡੀ ਇੰਸਟੀਟਿਊਸ਼ਨ ਦੀ ਬੀਐਡ ਦੀ ਫੀਸ 3 ਲੱਖ ਰੁਪਈਆ ਸਾਲ ਦੀ, ਟੋਟਲ ਕੋਰਸ ਦੀ, ਤੇ MBBS ਦੀ 78 ਲੱਖ ਹੈ। ਪਰ ਮੈਡੀਕਲ ਕਾਲਜਾਂ 'ਚ MBBS ਡਾਕਟਰ ਨਹੀਂ ਲੱਗ ਸਕਦਾ। ਉੱਥੇ ਪੋਸਟ ਗ੍ਰੈਜੂਏਟ ਚਾਹੀਦਾ, ਸੁਪਰ ਸਪੈਸ਼ਲਿਸਟ ਚਾਹੀਦਾ ਹੈ, ਤੇ ਪੋਸਟ ਗ੍ਰੈਜੂਏਟ ਦੀ 50 ਲੱਖ ਹੈ। ਇਹ ਸਰਕਾਰ ਨੇ ਤੈਅ ਕਰੀ ਹੋਈ ਹੈ, ਮੈਂ ਨਹੀਂ ਕਰੀ। ਤੇ ਜਿਹੜਾ ਸੁਪਰ ਸਪੈਸ਼ਲਿਸਟ ਹੈ ਉਹ 33 ਸਾਲ ਦੀ ਉਮਰ 'ਚ ਨੌਕਰੀ ਜੁਆਇਨ ਕਰਦਾ ਹੈ। ਜਿਹੜਾ ਬੀਐਡ ਮਾਸਟਰ 20 ਸਾਲ ਤੇ ਜੁਆਇਨ ਕਰ ਲੈਂਦਾ, 20 ਨਹੀਂ ਤਾਂ 22 23 ਤੇ ਕਰ ਲੈਂਦਾ। ਤੇ ਜੇ 58 ਸਾਲ ਦੀ ਸਰਵਿਸ ਹੋਵੇ, ਇੱਕ ਵੀ ਟੀਚਰ ਜਿਹੜਾ 33 ਸਾਲ ਦੇ ਉੱਤੇ ਜਿਹਨੇ ਬੀਐਡ ਕਰਕੇ ਜੁਆਇਨ ਕਰਿਆ ਹੋਵੇ ਪੁਰਾਣੇ ਜ਼ਮਾਨੇ 'ਚ, ਉਹ ਇਹ ਨਹੀਂ ਹੋਇਆ ਕਿ ਉਹਦੀ 33 ਸਾਲ ਦੀ ਸਰਵਿਸ ਪੂਰੀ ਨਾ ਹੋਈ ਹੋਵੇ। ਤੇ ਡਾਕਟਰ ਕੋਈ ਟਾਵਾਂ ਮਿਲੂਗਾ ਤੁਹਾਨੂੰ ਜਿਹਦੀ 33 ਸਾਲ ਦੀ ਸਰਵਿਸ ਹੋ ਜਾਏ। ਮੇਰੀ ਆਪਣੀ 31 ਸਾਲ ਦੀ ਸਰਵਿਸ ਹੋਈ ਹੈ, ਮੈਨੂੰ ਪੈਨਸ਼ਨ ਘੱਟ ਮਿਲਦੀ ਹੈ ਨਾਰਮਲ ਨਾਲੋਂ। ਇੱਕ ਤਾਂ ਪਹਿਲਾਂ ਇਹ ਸਮਝ ਲਓ। ਦੂਜਾ ਬਜਟ ਹਰਿਆਣੇ ਦਾ 1700 ਕਰੋੜ ਸੀ 2014 'ਚ ਹੈਲਥ ਦਾ। ਅੱਜ ਉਹਦਾ ਹੈਗਾ 6500 ਕਰੋੜ। ਸਾਡਾ 2014 'ਚ ਬਜਟ ਸੀ 2571 ਕਰੋੜ। ਅੱਜ ਸਾਡਾ ਹੈਗਾ ਸਨੇ ਮੈਡੀਕਲ ਐਜੂਕੇਸ਼ਨ, ਸਨੇ ਹੈਲਥ ਰਲਾ ਕੇ 5741 ਕਰੋੜ। ਹਰਿਆਣੇ ਨੇ 4 ਮੈਡੀਕਲ ਕਾਲਜ ਨਵੇਂ ਖੋਲ੍ਹਤੇ। ਉਹਨਾਂ ਦਾ ਜਾ ਕੇ ਰੋਹਤਕ ਮੈਡੀਕਲ ਕਾਲਜ ਦੇਖੋ, ਐਂ ਲੱਗਦਾ ਵੀ ਹੈ ਇੰਨਾ ਵਧੀਆ ਪ੍ਰਬੰਧ, ਇੰਨਾ ਵਧੀਆ ਬਿਲਡਿੰਗ। ਇੱਥੇ ਇੱਕ ਵੀ ਕਾਲਜ ਦਿਖਾ ਦੇ। ਸਭ ਤੋਂ ਪੁਰਾਣੇ ਕਾਲਜ ਨੇ ਇਹ। ਰੋਹਤਕ ਬਾਹਰ 'ਚ ਅਸੀਂ ਖੋਲ੍ਹਿਆ ਸੀ ਜਾ ਕੇ, ਪੰਜਾਬੀਆਂ ਨੇ। ਉੱਥੇ ਸਾਡੇ ਟੀਚਰ ਗਏ ਸੀ ਮੈਡੀਕਲ ਕਾਲਜਾਂ ਦੇ। PGI ਮੈਡੀਕਲ ਕਾਲਜ ਅੰਮ੍ਰਿਤਸਰ ਦੇ ਟੀਚਰਾਂ ਨੇ ਬਣਾਇਆ। ਜੇ ਉਹ ਕੰਮ ਹੀ ਨਹੀਂ ਕਰਦੇ ਸੀ, ਉਹਨਾਂ ਨੂੰ ਆਉਂਦਾ ਨਹੀਂ ਸੀ, ਫਿਰ PGI ਵਰਗੀ ਇੰਸਟੀਟਿਊਟ ਕਿਵੇਂ ਬਣਾਤੀ? ਦੂਜਾ, ਉੱਥੇ ਪ੍ਰਬੰਧ ਮਾੜੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਪ੍ਰਬੰਧ ਤਾਂ PGI 'ਚ ਟਰਾਲੀਆਂ ਤੇ ਪਏ ਨੇ ਮਰੀਜ਼, ਜਾ ਕੇ ਦੇਖ ਲਓ। ਫਿਰ ਇਹਦੇ ਨਾਲ ਸੈਂਟਰਲ ਹੈਲਥ ਮਿਨਿਸਟਰ ਆ ਕੇ ਉੱਥੇ ਡਾਇਰੈਕਟਰ ਨੂੰ ਕਹਿੰਦੇ ਇੱਥੇ ਨਵਾਂ ਲੇਟ ਟਰਾਲੀ ਤੇ ਮਰੀਜ਼ ਟਰਾਲੀਆਂ ਤੇ ਨੇ। ਐਮਰਜੈਂਸੀ 'ਚ ਵੀ ਆਪਰੇਸ਼ਨ ਤੋਂ, ਦਿਮਾਗ ਦਾ ਆਪਰੇਸ਼ਨ ਹੋਣ ਤੋਂ ਬਾਅਦ ਵੀ ਟਰਾਲੀ ਤੇ ਹੈ। ਔਰ ਟਰਾਲੀ ਦੇ ਅੰਦਰ ਜਗ੍ਹਾ ਵੀ ਚੱਲਣ ਦੀ ਨਹੀਂ ਹੈ, ਬਰਾਂਡੇ 'ਚ ਪਏ ਨੇ। ਆਪਰੇਸ਼ਨ ਤੋਂ ਬਾਅਦ, ਵੱਡੇ ਆਪਰੇਸ਼ਨਾਂ ਤੋਂ ਬਾਅਦ ਮੰਜਾ ਨਹੀਂ ਹੈ। ਫਿਰ ਡਾਇਰੈਕਟਰ ਨੂੰ ਮੰਜੇ 'ਤੇ ਪਾ ਦੂਗਾ, ਟਰਾਲੀ 'ਤੇ ਪਾ ਦੂਗਾ ਕੇ। ਇਹ ਸਵਾਲ ਹੈ ਵੱਡਾ। ਪਹਿਲੀ ਗੱਲ, ਪ੍ਰਬੰਧ ਕਿਉਂ ਨਹੀਂ, ਕਿਵੇਂ ਨਹੀਂ, ਇਹਨੂੰ ਦੇਖਣ ਦੀ ਲੋੜ ਹੁੰਦੀ ਹੈ। ਜਿੰਨਾ ਕੁ ਉਹਦੇ 'ਚ ਸੁਧਾਰ ਹੋ ਜਾਏ ਉਹ ਹੋਣਾ ਚਾਹੀਦਾ। ਪ੍ਰਬੰਧ ਮਾੜਾ ਹੈ, ਪਰ ਜਿਹੜੇ ਬੋਲਦੇ ਨੇ ਉਹਨਾਂ ਨੇ ਤਾਂ ਕਦੇ ਆਪ ਪ੍ਰਬੰਧ ਕਰੇ ਹੀ ਨਹੀਂ। ਮੈਂ ਛੋਟੀ ਜਿਹੀ ਇੱਕ ਉਦਾਹਰਨ ਦੇ ਕੇ ਗੱਲ ਕਰਾਂਗਾ। ਇਹ ਜਿਹੜੇ ਬੋਲਦੇ ਹੁੰਦੇ ਨਾ, ਮੈਂ PGI 'ਚ ਆਊਟਡੋਰ 'ਚ ਬੈਠਾ ਸੀ, ਇੱਕ ਬੰਦਾ ਆਇਆ, ਉਹਦੇ ਬੱਚੇ ਦਾ ਹਰਨਿਆਂ ਦਾ ਆਪਰੇਸ਼ਨ ਹੋਣਾ ਸੀ। ਉਹ ਚੌਥੀ ਵਾਰੀ ਪੋਸਟਪੋਨ ਹੋ ਗਿਆ, ਕਿਉਂਕਿ ਸਾਡੀਆਂ ਵਾਰੀਆਂ ਹੁੰਦੀਆਂ ਨੇ। ਜਿੱਦਾਂ ਮੈਂ OPD ਚਲਾਉਣਾ ਉਹਦੇ ਆਪਰੇਸ਼ਨ ਥੀਏਟਰ ਕੋਈ ਹੋਰ ਚਲਾਏਗਾ, ਜਿੱਦਾਂ ਮੈਂ ਆਪਰੇਸ਼ਨ ਥੀਏਟਰ ਚਲਾਉਣਾ ਉਹਦੇ OPD ਕੋਈ ਹੋਰ ਚਲਾਏਗਾ। ਆਇਆ, ਮੈਂ ਉਹਨੂੰ ਕਹਿਤਾ ਆਪਣੇ ਰੈਜ਼ੀਡੈਂਟ ਨੂੰ ਵੀ ਇਹਨੂੰ ਨਾ ਬੁੱਧਵਾਰ ਦੀ ਡੇਟ ਦੇ ਯਾਰ, ਆਪਾਂ ਇੱਕ ਨੰਬਰ 'ਤੇ ਰੱਖ ਦਾਂਗੇ ਤੇ ਇਹਨੂੰ ਕਰ ਦਈਏ। 4 ਵਾਰੀ ਪੋਸਟਪੋਨ ਹੋ ਗਿਆ। ਉਹ ਤਾਂ ਕਿਤੇ ਦਫ਼ਤਰੀ ਬਾਬੂ ਸੀ, ਜਿਹੜਾ ਲੋਕਾਂ ਨੂੰ ਪੁੱਠਾ ਹੀ ਬੋਲਦਾ, ਜਿਹੜਾ ਗੈਰ ਹਾਜ਼ਰੀ ਰਹਿੰਦਾ। ਮੈਨੂੰ ਕਹਿੰਦਾ ਅੱਜ ਕਿਉਂ ਨਹੀਂ ਹੋਇਆ?
ਇਹ ਤੂੰ ਆਇਆ ਆਪਰੇਸ਼ਨ ਥੀਏਟਰ ਤੋਂ, ਮੈਂ ਤਾਂ ਉਰੇ ਬੈਠਾ, ਤੈਨੂੰ ਪਤਾ ਉਹ ਕਿਉਂ ਨਹੀਂ ਹੋਇਆ? ਨਹੀਂ ਨਹੀਂ ਦੱਸੋ। ਆ ਜਿਹੜੇ ਫੇਸਬੁੱਕ ਤੇ ਪਹਿਲਵਾਨਾਂ ਬੋਲਦੇ ਨਾ, ਮੈਂ ਰੋਜ਼ ਇਹ ਸੁਣਿਆ ਮੈਂ ਜੀਵਨ 'ਚ ਸਾਰਾ ਕੁਝ। ਇਹ ਐ ਮੈਂ ਭੁਲੇਖਾ ਨਾ ਰੱਖਣਾ, ਅਸੀਂ ਕੋਈ ਛੋਡੇ ਦੇਖ ਨਹੀਂ ਪਾਸ ਹੋਏ, ਅਸੀਂ ਕੋਈ ਘਾਹ ਨਹੀਂ ਖੋਤ ਰਹੇ। ਹਾਲਾਂਕਿ ਘਾਹ ਖੋਤਣ ਨਾਲ ਵੀ ਆਪਦੀ ਇੰਪੋਰਟੈਂਸ ਹੈ, ਉਹਨੂੰ ਵੀ ਜਾ ਕੇ ਤੁਸੀਂ ਕਹਿ ਕੇ ਦਿਖਾਓ, ਕਿਉਂਕਿ ਉਹਨੂੰ ਆਪਦਾ ਆਰਟ ਆਉਂਦਾ। ਮੈਂ ਨਹੀਂ ਘਾਹ ਖੋਤ ਸਕਦਾ ਜਿਵੇਂ ਉਹ ਖੋਤ ਲੈਂਦਾ। ਮੈਂ ਨਹੀਂ ਪੈਂਟ ਸੀ ਸਕਦਾ, ਮੈਂ ਬੰਦੇ ਦਾ ਮਾਸ ਸੀ ਸਕਦਾ, ਪੈਂਟ ਨਹੀਂ ਸੀ ਸਕਦਾ। ਮੈਂ ਦਰਜੀ ਨੂੰ ਇਹ ਕਰ ਦਾਂਗਾ ਜਾ ਕੇ। ਸੋ ਮੈਂ ਕਿਹਾ ਚਲੋ ਕੋਈ ਕੇਸ ਲੇਟ ਹੋ ਗਿਆ ਹੋਣਾ, ਲੰਬਾ ਹੋ ਗਿਆ ਹੋਣਾ, ਐਮਰਜੈਂਸੀ ਹੋ ਗਈ ਹੋਣੀ ਹੈ, ਕੋਈ ਫਾਈਲ ਤਾਂ ਹੈ ਨਹੀਂ ਤੁਹਾਡੇ ਦਫ਼ਤਰਾਂ ਵਾਂਗੂ ਵੀ ਬੰਦ ਕਰਕੇ ਚਲੋ ਕੱਲ ਨੂੰ ਦੇਖਾਂਗੇ। ਫਿਰ ਉਹ ਕਹੇਗਾ, ਮੈਂ ਕਿਹਾ ਤੁਹਾਨੂੰ ਕਹਿਤਾ ਵੀ ਆਹ ਮੈਂ ਕਿਹਾ ਜਿਹੜੀ ਲਾਈਨ ਖੜੀ ਹੈ ਨਾ, ਚਾਹੇ 5 ਵੱਜ ਜਾਣ, 2 ਵਜੇ ਪੀਜੀਆਈ ਦਾ ਟਾਈਮ ਖਤਮ ਹੋ ਜਾਂਦਾ ਹੈ। ਇਹ ਮੈਂ ਸਾਰੇ ਦੇਖ ਕੇ ਜਾਣੇ ਨੇ। ਇਹ ਸਾਨੂੰ ਸਰਕਾਰ ਦਾ ਹੁਕਮ ਨਹੀਂ, ਸਾਡਾ ਆਪਦੀ ਸਮਝ ਹੈ ਵੀ ਜਿਹੜਾ ਆ ਗਿਆ ਉਹਨੂੰ ਦੇਖ ਜਾਓ। ਅਸੀਂ ਬਹੁਤ ਪ੍ਰੈਸ਼ਰ 'ਚ ਕੰਮ ਕਰ ਰਹੇ। ਮੇਰਾ ਰੈਜ਼ੀਡੈਂਟ ਉਹਦੀ ਕਹਿ ਕੇ ਹਟਿਆ ਸੀ, ਕਹਿੰਦਾ ਜੀ ਮੈਂ ਕੱਲ੍ਹ ਸਵੇਰੇ ਬ੍ਰੇਕਫਾਸਟ ਨਹੀਂ ਕਰਿਆ, ਲੰਚ ਨਹੀਂ ਕਰਿਆ, ਡਿਨਰ ਨਹੀਂ ਕਰਿਆ, ਅੱਜ ਵੀ ਬ੍ਰੇਕਫਾਸਟ ਨਹੀਂ ਕਰਿਆ, ਮੈਂ ਹੁਣ ਚਲੇ ਜਾਵਾਂ। ਉਹ 11 ਕੁ ਵਜੇ 11:30 ਵਜੇ ਕਹਿ ਕੇ ਹਟਿਆ ਸੀ। ਮੈਂ ਚੱਲ ਕੋਈ ਨਹੀਂ, ਹੁਣ ਤੂੰ ਨਾ ਇਕੱਠੇ ਹੀ ਕਰ ਲਈ ਲੰਚ ਡਿਨਰ। ਇੰਨਾ ਹਾਲਤਾਂ 'ਚ ਕੰਮ ਕਰਦੇ ਸੀ। ਮੈਂ ਕਿਹਾ ਅਸੀਂ ਪਹਿਲਾਂ ਹੀ ਪ੍ਰੈਸ਼ਰ 'ਚ ਕੰਮ ਕਰਦੇ ਹਾਂ, ਤੁਸੀਂ ਹੁਣ ਜਾਓ ਥੋੜ੍ਹਾ ਹੋ ਜਾ। ਮੈਨੂੰ ਕਹਿੰਦਾ ਫਿਰ ਕੀ ਆਸਾਨ ਕਰਦੇ ਹੋ, ਡਿਊਟੀ ਕਰ ਰਹੇ ਹੋ? ਮੈਂ ਕਿਹਾ ਓਹੋ, ਹੁਣ ਮੈਨੂੰ ਸਮਝ ਆ ਗਈ ਵੀ ਡਿਊਟੀ ਕਰ ਰਿਹਾ। ਮੈਂ ਕਾਰਡ ਫੜਿਆ, ਮੈਂ ਲਿਖਤਾ ਵੀ ਮਾਈਨਰ ਆਪਰੇਸ਼ਨ ਹੈ, ਇਹ 4 ਵਾਰੀ ਪੋਸਟਪੋਨ ਹੋ ਗਿਆ, ਹੋ ਸਕਦਾ 5ਵੀਂ ਵਾਰੀ ਵੀ ਪੋਸਟਪੋਨ ਹੋ ਜੇ, ਇਹਨੂੰ 16 ਸੈਕਟਰ 'ਚੋਂ ਜਾ ਕੇ ਕਰਾਵੇ। ਮੈਂ ਪੜ੍ਹ ਕਹਿੰਦਾ ਇਹ ਕੀ ਕਰੇ? ਮੈਂ ਕਿਹਾ ਡਿਊਟੀ ਕਰੀਏ। ਤੂੰ ਮੈਨੂੰ ਕਿਹਾ ਨਾ ਵੀ ਤੁਸੀਂ ਡਿਊਟੀ ਕਰਦੇ ਹੋ, ਆਸਾਨ ਨਹੀਂ ਕਰਦੇ। ਮੈਂ ਤੈਨੂੰ ਕਿਹਾ ਵੀ ਅਸੀਂ ਆਸਾਨ ਕਰਦੇ ਹਾਂ, ਡਿਊਟੀ ਨਹੀਂ ਕਰਦੇ। ਤੂੰ ਕਹਿੰਦਾ ਡਿਊਟੀ ਕਰ ਦਿਓ, ਮੈਂ ਡਿਊਟੀ ਕਰਤੀ। ਨਹੀਂ ਨਹੀਂ ਤੁਸੀਂ, ਮੈਂ ਕਿਹਾ ਕੋਈ ਨਾਰਾਜ਼ ਨਹੀਂ ਹੋਇਆ। ਤੂੰ ਬਾਬੂ ਲਿਖ ਕੇ ਨਹੀਂ ਦੇਂਗਾ ਕਿ 4 ਵਾਰੀ ਪੋਸਟਪੋਨ ਹੋ ਗਿਆ, ਮੈਂ ਹੁਣ ਵੀ ਇਹਨੂੰ ਰੈਫਰ ਕਰ ਰਿਹਾ 16 'ਚ, ਮੈਂ ਤੈਨੂੰ ਲਿਖ ਕੇ ਦਿੱਤਾ ਨਾ। ਤੂੰ ਮੁਕੱਦਮਾ ਕਰਦੇ ਵੀ ਇਹਨਾਂ ਨੇ ਫਿਰ 4 ਵਾਰੀ ਕਿਉਂ ਬੁਲਾਇਆ ਮੈਨੂੰ, ਮੈਂ ਦੇ ਦਾਂਗਾ ਜਵਾਬ। ਮੈਂ ਤੂੰ ਹਰਨਿਆਂ ਦਾ ਆਪਰੇਸ਼ਨ, ਤੇਰੇ ਖਿਆਲ ਚੌਨੀ ਦਾ ਮੁਕੱਦਮਾ ਤੂੰ ਹਾਈ ਕੋਰਟ 'ਚ ਲੈ ਜਾਏਗਾ। ਤੂੰ ਮੈਂ ਕਿਹਾ ਬਾਬੂ ਹੋਏਗਾ, ਅੱਜ ਵੀ ਮੈਂ ਕਿਹਾ ਗੈਰ ਹਾਜ਼ਰ ਰਹਿ ਕੇ ਆਇਆ ਹੋਏਗਾ। ਮੈਨੂੰ ਪਤਾ ਜਿਹੜਾ ਕੰਮ ਤੁਸੀਂ ਕਰਦੇ ਹੋ, ਸਾਡਾ ਰੋਜ਼ ਨਹੀਂ ਵਾਹ ਪੈਂਦਾ ਦਫ਼ਤਰਾਂ 'ਚ। ਨਹੀਂ ਨਹੀਂ ਜੀ ਤੁਸੀਂ, ਮੈਂ ਕਿਹਾ ਕੋਈ ਨਹੀਂ, ਜਾ ਤੂੰ, ਤੇਰੇ ਨਾਲ ਸਾਡੀ ਕੋਈ ਲੜਾਈ ਸੋਲਾ ਬੁੱਧਵਾਰ ਆ ਜੀ ਕਰ ਦਾਂਗੇ। ਨਹੀਂ ਕਹਿੰਦਾ ਲਿਖ ਦੋ। ਮੈਂ ਕਿਹਾ ਲਿਖ ਕੇ ਨਹੀਂ ਦੇਣਾ, ਲਿਖ ਕੇ ਇਹ ਦਿਓ ਕਿ ਨਹੀਂ ਕਰਦਾ, ਪਰ ਤੂੰ ਆ ਜਾਏਗਾ ਕਰਾਂਗਾ। ਐਂ ਕਰੋ, ਇਹ ਦਫ਼ਤਰਾਂ 'ਚ ਐਂ ਕਰਾ ਕੇ ਦਿਖਾਓ ਕਿਸੇ ਤੋਂ ਵੀ ਲਿਖ ਕੇ ਤਾਂ ਇਹ ਦਿਨ ਮੈਂ ਇਹ ਕੰਮ ਨਹੀਂ ਕਰਨਾ। ਉਹ ਕਹਿਣ ਕੋਈ ਨਹੀਂ ਤੁਹਾਡਾ ਆ ਜਾਓ ਕਰ ਦਾਂਗੇ। ਇਹ ਕਰਾ ਕੇ ਦਿਖਾ ਦੋ। ਲਿਖ ਕੇ ਦੇਣਗੇ ਕਿ ਅਸੀਂ ਕਰਨ ਨੂੰ ਤਿਆਰ ਹਾਂ, ਕਰਾ ਨਹੀਂ ਰਿਹਾ, ਜਵਾਨੀ ਨਾ ਕਰਨਗੇ। ਇਹ ਮੈਂ ਨਹੀਂ ਜਾਣਦਾ, ਮੈਂ ਧੁੱਪੇ ਬੈਠ ਕੇ ਬਾਲ ਚਿੱਟੇ ਕਰੇ ਨੇ। ਸੋ ਇਹ ਜਿਹੇ ਜਿਹੜੇ ਇਹ ਫੇਸਬੁੱਕੀ ਪਹਿਲਵਾਨ ਹੁੰਦੇ ਨੇ ਨਾ, ਇਹੀ ਕੁਛ ਕਰਦੇ ਨੇ। ਇੱਕ ਤਾਂ ਮੈਂ ਇਹ ਕਹਿਣਾ, ਤੁਸੀਂ ਹਰੇਕ ਦੇ ਅੱਗੇ ਘੁੱਗੂ ਲੈ ਕੇ ਤੁਹਾਡੇ 100 ਮਰਤਬੇ ਨੇ, ਤੁਹਾਨੂੰ ਪਤਾ ਵੀ ਗਲੂਕੋਜ਼ ਦੀ ਲੋੜ ਹੈ ਕਿ ਨਹੀਂ। ਇੱਥੇ ਇੱਕ ਵਾਰੀ ਇੱਕ ਕਮਿਊਨਿਸਟ ਪਾਰਟੀ ਵਾਲਿਆਂ ਨੇ ਪਟਿਆਲੇ ਜਲੂਸ ਕੱਢ ਰਹੇ ਸੀ, ਡਿਸਟ੍ਰਿਕਟ ਸੈਕਟਰੀ ਉਹਨਾਂ ਦਾ ਅੱਗੇ ਲੱਗਿਆ ਹੋਇਆ, ਬੱਚਾ ਮਰ ਗਿਆ ਕਿਉਂਕਿ ਇਹਨੂੰ ਗਲੂਕੋਜ਼ ਨਹੀਂ ਲਾਈ। ਉਹਨੇ ਕਿਹਾ ਤੈਨੂੰ ਪਤਾ ਵੀ ਗਲੂਕੋਜ਼ ਲਾਉਣ ਦੀ ਲੋੜ ਹੈ ਕਿ ਨਹੀਂ, ਤੈਨੂੰ ਇਹ ਪਤਾ ਵੀ ਗਲੂਕੋਜ਼ ਨਾਲ ਵੀ ਮਰੀਜ਼ ਮਰ ਜਾਂਦਾ। ਅਸੀਂ ਕੋਰਟਾਂ ਤੁਹਾਡੇ ਖਿਆਲ ਜਵਾਬ ਨਹੀਂ ਦਿੰਦੇ। ਇੱਕ ਬੜੇ ਵੱਡੇ ਪਟਿਆਲੇ ਦੇ ਕ੍ਰਿਮੀਨਲ ਲਾਇਰ ਨੇ ਮੈਨੂੰ ਸਵਾਲ ਕਰਿਆ, ਤੁਸੀਂ ਜੀ ਨਾਰਮਲੀ ਕਿੰਨੀ ਗਲੂਕੋਜ਼ ਲਾਉਣੇ ਹੋ ਮਰੀਜ਼ ਨੂੰ? ਉਸ ਮਰੀਜ਼ ਨੂੰ ਲੱਗੀਆਂ ਸੀ 8-9 ਬੋਤਲਾਂ। ਉਹਨੂੰ ਕਿਤੇ ਸੁਣਦਿਆ ਹੋਊਗਾ ਵੀ 4 ਹੀ ਲੱਗਦੀਆਂ ਨੇ ਨਾਰਮਲੀ। ਨਾਰਮਲੀ ਕਿੰਨੀ ਲਾਉਣੇ? ਮੈਂ ਕਿਹਾ ਨਾਰਮਲੀ ਤਾਂ ਅਸੀਂ ਗਲੂਕੋਜ਼ ਲਾਉਂਦੇ ਹੀ ਨਹੀਂ। ਨਹੀਂ ਨਹੀਂ ਫਿਰ ਵੀ ਕੋਈ ਤੁਹਾਨੂੰ, ਮੈਂ ਕਿਹਾ ਕਿਉਂ ਲਾਵਾਂਗੇ ਅਸੀਂ, ਕੋਈ ਨਾਰਮਲੀ ਗਲੂਕੋਜ਼ ਨਹੀਂ ਲਾਉਂਦੇ। ਨਹੀਂ ਨਹੀਂ ਫਿਰ ਵੀ ਕੋਈ ਤਾਂ ਲਾਉਂਦੇ ਹੋ। ਮੈਂ ਬਿਲਕੁਲ ਨਹੀਂ ਲਾਉਂਦੇ, ਜਿੰਨੀ ਲੋੜ ਹੁੰਦੀ ਉਹ ਨਹੀਂ ਲਾਉਣੇ ਅਸੀਂ ਤਾਂ। ਇਸ ਕਰਕੇ ਕੋਈ ਨਾਰਮਲ ਨਹੀਂ, ਅਸੀਂ ਤਾਂ ਰੋਜ਼ ਕੈਲਕੂਲੇਟ ਕਰਦੇ ਹਾਂ, ਸਵੇਰੇ ਦੇਖਦੇ ਹਾਂ, ਸ਼ਾਮੀ ਦੇਖਦੇ ਹਾਂ, ਪਿਸ਼ਾਬ ਕਿੰਨਾ ਆਇਆ, ਮੁੜਕਾ ਕਿੰਨਾ ਆਇਆ, ਟੱਟੀ ਕਿੰਨੀ ਆਈ ਹੈ, ਉਲਟੀ ਕਿੰਨੀ ਆਈ ਹੈ, ਕਿ ਇਹਦੇ ਦੇਖਣ ਤੋਂ ਪਾਣੀ ਘਟਿਆ ਲੱਗਦਾ ਜਾਂ ਪੂਰਾ ਲੱਗਦਾ ਹੈ, ਉਸ ਹਿਸਾਬ ਨਾਲ ਅਸੀਂ ਬਦਲ ਲੈਂਦੇ ਹਾਂ। ਹੁਣ ਜੇ ਬੰਦਾ ਆ ਕੇ ਸਾਨੂੰ ਆਖੇ ਵੀ ਇਹਦਾ ਆਪਰੇਸ਼ਨ ਜ਼ਰੂਰ ਕਰੋ ਜਾਂ ਇਹਨੂੰ ਗਲੂਕੋਜ਼ ਲਾਓ, ਫਿਰ ਉਹਦੇ ਕਹੇ ਤੋਂ ਲਾਉਣੀ ਹੈ। ਅਗਲੀ ਗੱਲ, ਮੰਤਰੀ ਜਦ ਆਪਾਂ ਕੋਈ ਕੰਮ ਕਰਦੇ ਹਾਂ, ਜਦ ਕਿਸੇ ਨੂੰ ਦੋਸ਼ ਦੇਣਾ ਹੋਵੇ, ਪਹਿਲਾਂ ਆਪਦੀ ਸਟੱਡੀ ਕਰੀ ਹੈ। ਹਸਪਤਾਲਾਂ 'ਚ ਬਹੁਤ ਮਾੜਾ ਹਾਲ ਹੈ, ਇਹ 'ਚ ਕੋਈ ਸ਼ੱਕ ਹੀ ਨਹੀਂ ਹੈ। ਹਸਪਤਾਲਾਂ 'ਚ ਕਰੋਨਾ 'ਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਹੋ ਸਕਦੀ ਸੀ। ਉਹ ਗੱਲ ਕਰਾਉਣ ਦਾ ਪ੍ਰਬੰਧ ਕਿਸੇ ਮੈਡੀਕਲ ਸੁਪਰਡੈਂਟ ਨੇ ਨਹੀਂ ਕਰਨਾ ਸੀ, ਉਹ ਪ੍ਰਬੰਧ ਕਰਨਾ ਸੀ ਸਰਕਾਰ ਨੇ। ਸਰਕਾਰ ਚਾਹੇ ਇਹਨਾਂ ਦੀ ਹੈ ਚਾਹੇ ਪਹਿਲਾਂ ਦੀ ਸੀ, ਕਿਉਂ ਨਹੀਂ ਪ੍ਰਬੰਧ ਕਰਿਆ? ਮਰੀਜ਼ ਦੇ ਰਿਸ਼ਤੇਦਾਰ ਨੂੰ ਕੋਈ ਹੱਕ ਨਹੀਂ ਕਿ ਉਹਨੂੰ ਦਿਨ 'ਚ 2 ਕੁ ਵਾਰੀ ਕੋਈ ਆਡੀਓ ਸਿਸਟਮ ਲਾ ਦਿਓ ਕਿ ਉਹਦੇ ਆਪਦੇ ਮਰੀਜ਼ ਨੂੰ ਦੇਖ ਵੀ ਲਵੇ, ਉਹ ਪਿਆ ਮੇਰਾ ਮਰੀਜ਼, ਤੇ ਨਾਲ ਉਹਦੇ ਗੱਲ ਕਰਦੀ। ਕੀ ਔਖਾ? ਕਿਉਂ ਨਹੀਂ ਲਾਇਆ? ਇਹ ਪੁੱਛ ਲਿਆ ਆਪਦੇ ਪ੍ਰੈਕਟਿਸਸ ਨੂੰ ਵੀ ਤੁਸੀਂ ਕਰੋਨਾ। ਫਿਰ ਕਰੋਨਾ 'ਚ ਲੋਕਾਂ ਨੂੰ ਇਹ ਹੋ ਗਿਆ ਵੀ ਸਾਡੇ ਤਾਂ ਜੀ ਅੰਗ ਕੱਢ ਲੈਂਦੇ ਨੇ, ਝੂਠੀ ਵੀਡੀਓ ਪਾਤੀ। ਅਮਹਾਲੀ ਦੀ 5ਵੀਂ ਮੰਜ਼ਿਲ ਤੇ 7ਵੇਂ ਮੰਜ਼ਿਲ ਤੇ ਮੈਂ ਅੰਗ ਕੱਢ ਦੇਖੇ ਨੇ। ਇਹਨਾਂ ਨੂੰ ਦਿੱਤੀ ਸਜ਼ਾ, ਇਹਨਾਂ ਨੂੰ ਫੜਿਆ ਵੀ 7ਵੀਂ ਤੋਂ ਮੰਜ਼ਿਲ ਹੀ ਨਹੀਂ। ਇਹ ਕੌਣ ਕਰਦਾ ਸੀ? ਇਹ ਡਾਕਟਰ ਨੇ ਫੜਨਾ। ਫਿਰ ਉਹ ਕਹਿੰਦੇ ਜੀ ਅੰਗ ਕੱਢ ਲੈਂਦੇ ਨੇ ਡਾਕਟਰ, ਵੇਚ ਦਿੰਦੇ ਨੇ। ਠੀਕ ਹੋ ਗਿਆ। ਬੀਜੇਪੀ ਨੇ ਰੌਲਾ ਪਾਇਆ ਸੀ ਵੀ ਕੇਂਦਰ ਪੈਸੇ ਦਿੰਦਾ ਇਹਨਾਂ ਨੂੰ, ਇਹ ਜਾਣ ਕੇ ਝੂਠੇ ਮਰੀਜ਼ ਕੱਢੀ ਜਾਂਦੇ ਨੇ।
क्योंकि वो लुकाउणा चाਹੁंदी सी बीजेपी भी मरीज घट होए ने बाद च तुहानूं पता ही है गंगा ते शव है नहीं गंगा क्यों होगी। सरकार ने क्यों नहीं करिया कि आओ जी ने देखना है ਅਸੀਂ ਸ਼ੀਸ਼ੇ ਲਗਵਾ ਦਿੰਦੇ ਆ ਜੇ ਅੰਦਰ ਜਾ ਕੇ ਦੇਖਣਾ ਅਸੀਂ ਨਹੀਂ ਜ਼ਿੰਮੇਵਾਰ ਕੱਲ ਨੂੰ ਤੁਸੀਂ ਮਰੋਗੇ। ਮਰੀਜ਼ ਨੂੰ ਆਪਦੇ ਨੂੰ ਹੱਥ ਲਾਉਣ ਨੂੰ ਮਾਂ ਬਾਪ ਨੂੰ ਹੱਥ ਲਾਉਣ ਨੂੰ ਕੋਈ ਤਿਆਰ ਨਹੀਂ ਸੀ ਤੇ ਡਾਕਟਰ ਨਰਸਾਂ ਤਾਂ ਫਿਰ ਵੀ ਕੰਮ ਕਰਦੀਆਂ ਸੀ ਪੁਲਿਸ ਵਾਲੇ ਫਿਰ ਵੀ ਕੰਮ ਕਰਦੇ ਸੀ। ਪੁਲਿਸ ਦੇ ਬੰਦੇ ਅਫਸਰ ਮਰੇ ਨੇ ਕਰੋਨਾ ਨਾਲ ਆਈਪੀਐਸ ਅਫਸਰ ਗੱਲਾਂ ਮਾਰ ਲੈਂਦੇ। ਮੈਂ ਕਹਿੰਦਾ 100 ਨੁਕਸ ਹੁੰਦੇ ਨੇ ਕੰਮ 'ਚ ਪਹਿਲਾਂ ਐਂ ਤਾਂ ਦੇਖ ਲਓ ਵੀ ਕੰਮ ਕੀ ਹੈ। ਤੁਹਾਡੇ ਰਿਸ਼ਤੇਦਾਰ ਛੱਡ ਕੇ ਭੱਜੀ ਜਾਂਦੇ ਨੇ ਤੁਹਾਡੇ ਕੋਲ ਕੋਈ ਖੜਨ ਨੂੰ ਤਿਆਰ ਨਹੀਂ। ਪ੍ਰਾਈਵੇਟ ਪ੍ਰੈਕਟੀਸ਼ਨਰ ਕਹਿੰਦਾ ਮੈਂ ਨਹੀਂ ਕਰਦਾ ਇਲਾਜ ਜੇ ਸਰਕਾਰੀ ਕਰ ਰਿਹਾ। ਬਾਈ ਦ ਵੇ ਸਰਕਾਰੀ ਸਕੂਲ ਜਿੱਦਾਂ ਖੋਲਦੇ ਸੀ ਉਹਦੀ ਕਹਿੰਦਾ ਹੈ ਕਰੋਨਾ ਫੈਲ ਜੂ। ਇਹ ਬਹਾਨੇ ਨਾ ਬਹੁਤ ਸੌਖੇ ਹੁੰਦੇ ਨੇ ਉਹਨਾਂ ਕੋਲ ਤਾਂ ਉਹੀ ਬੱਚੇ ਮੁੜ ਆਉਣੇ ਸੀ ਸਾਡੇ ਕੋਲ ਤਾਂ ਰੋਜ਼ ਹੀ ਨਵੇਂ ਮਰੀਜ਼ ਆਉਂਦੇ ਨੇ। ਸੋ ਇਹ ਭੁਲੇਖਾ ਆਪਾਂ ਛੱਡੀਏ ਇਹਨਾਂ ਭੁਲੇਖਾਂ 'ਚ ਨਾ ਪਈਏ। ਹਸਪਤਾਲਾਂ ਦਾ ਹਾਲ ਮਾੜਾ ਉਹ ਠੀਕ ਹੋਣਾ ਚਾਹੀਦਾ ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਵੇਂ ਮੈਂ ਤੁਹਾਨੂੰ ਬਜਟ ਗਿਣਾਇਆ ਮੈਡੀਕਲ ਕਾਲਜ ਹਰਿਆਣਾ ਸਭ ਤੋਂ ਬਾਅਦ 'ਚ ਵੱਖਰਾ ਹੋਇਆ। ਉਹਦਾ ਇੱਕ ਕਾਲਜ ਸੀ 100 ਸੀਟ ਸੀ ਅੱਜ ਉੱਥੇ 250 ਸੀਟ ਆ। ਐਡੀ ਵੱਡੀ ਬਿਲਡਿੰਗ ਬਣੀ ਹੋਈ ਆ ਤੇ 4 ਕਾਲਜ ਸਰਕਾਰੀ ਹੁਣ ਖੋਲ੍ਹਤੇ। ਪੰਜਾਬ ਨੇ ਇੱਕ ਵੀ ਨਹੀਂ ਖੋਲ੍ਹਿਆ। ਆ ਮੁਹਾਲੀ ਵੀ ਅੱਧ ਵਿਚਾਲਾ ਜਿਹਾ ਕਰਤਾ ਸੁਸਾਇਟੀ ਨੇ ਦਿੱਤਾ ਉਹ ਵੀ ਪੂਰਾ ਨਹੀਂ ਚੱਲਿਆ ਜੇ। ਪੰਜਾਬ ਕੀ ਕਰਦਾ ਸੀ ਪੰਜਾਬ ਕੋਲ ਪਹਿਲਾਂ ਹੀ 3 ਸੀਗੇ 2 ਸੀਗੇ ਤੀਜਾ ਤਾਂ ਖੈਰ ਫਰੀਦਕੋਟ ਬਾਅਦ 'ਚ ਉੱਥੋਂ ਪਟਨੇ ਤੋਂ ਲਿਆਂਦਾ ਸੀ 2 ਕਾਲਜ ਸੀਗੇ ਇਹਨਾਂ ਨੇ ਕਿਉਂ ਨਹੀਂ ਖੋਲ੍ਹਿਆ ਬਈ। ਇਹ ਤਾਂ ਸਰਕਾਰਾਂ ਹੀ ਸੀਗੀਆਂ ਨਾ ਕਾਂਗਰਸੀ ਆਏ ਨੇ ਅਕਾਲੀ ਆਏ ਨੇ ਬੀਜੇਪੀ ਵਾਲੇ ਆਏ ਨੇ ਆਪ ਵਾਲੇ ਵੀ ਪਿਛਲੇ 5 ਸਾਲ ਤਾਂ ਆਪੋਜੀਸ਼ਨ 'ਚ ਰਹੇ ਨੇ ਐਲਓਪੀ ਦੇ ਤੌਰ 'ਤੇ ਕਹਿ ਦਿੰਦੇ ਵੀ ਕਾਲਜ ਕਿਉਂ ਨਹੀਂ ਖੋਲ੍ਹਿਆ ਬਈ। ਇਹਨਾਂ ਨੇ ਐਲਓਪੀ ਦੇ ਤੌਰ 'ਤੇ ਕਦੇ ਪੁੱਛਿਆ ਵੀ ਹਸਪਤਾਲ ਮੈਡੀਕਲ ਕਾਲਜ ਕੋਈ ਪੜ੍ਹਾਈ ਹੁੰਦੀ ਹੈ। ਫਿਰ ਅਗਲੀ ਗੱਲ ਉੱਥੇ ਜਿਹੜੇ ਡਾਕਟਰ ਲੱਗੇ ਨੇ ਉਹਨਾਂ ਦੀ ਡਿਊਟੀ ਪੜ੍ਹਾਉਣ ਦੀ ਹੈ ਉਹਨਾਂ ਨੂੰ ਤਨਖਾਹ ਵੀ ਪੜ੍ਹਾਉਣ ਦੀ ਮਿਲਦੀ ਹੈ। ਉਹ ਪੜ੍ਹਾਉਣ ਦੀ ਤਨਖਾਹ ਮੈਡੀਕਲ ਕਾਲਜ ਦੇ ਪ੍ਰੋਫੈਸਰ ਦੀ ਯੂਨੀਵਰਸਿਟੀਆਂ ਨਾਲੋਂ ਘੱਟ ਹੈ। ਇੱਥੇ ਪੰਜਾਬ ਯੂਨੀਵਰਸਿਟੀ ਰੌਲਾ ਪੈ ਗਿਆ ਸੀ ਕਿ ਜੀ ਇਹਨਾਂ ਦੀ ਤਨਖਾਹ ਤਾਂ ਸਭ ਤੋਂ ਘੱਟ ਹੈ ਸਾਡੇ ਪ੍ਰੋਫੈਸਰ ਇਹਨਾਂ ਦੀ ਸੀਨੀਅਰ ਇਹਨਾਂ ਤੋਂ ਸੀਨੀਅਰ ਨੇ ਤੇ ਕੰਮ ਉਹਨਾਂ ਤੋਂ ਡਬਲ ਲੈ ਰਹੇ ਨੇ। ਜਿਹਨੂੰ ਇਹ ਨਹੀਂ ਪਤਾ ਇਹਨਾਂ ਨੇ ਕਦੇ ਜਿਹੜੇ ਬੋਲਦੇ ਨੇ ਇਹਨਾਂ 'ਚ ਕੋਈ ਇੱਕ ਬੰਦਾ ਦੱਸੇ ਉਹਨੇ ਕਦੇ 15,000 ਦੀ ਕਿਤਾਬ ਖਰੀਦੀ ਹੋਵੇ ਜੀਵਨ 'ਚ ਇਮਤਿਹਾਨ ਪਾਸ ਕਰਨ ਵਾਸਤੇ ਪੜ੍ਹਾਈ ਵਾਸਤੇ 15,000 ਦੀ ਖਰੀਦੀ ਹੋਵੇ। ਇੱਕ ਬੰਦਾ ਦੱਸੇ ਜਿਹਨੇ 10,000 ਪੇਜ ਦੀ ਕਿਤਾਬ ਪੜ੍ਹੀ ਹੋਵੇ ਕਦੇ ਚੱਕ ਕੇ ਦੇਖੀ ਹੋਵੇ। ਕੀ ਗੱਲਾਂ ਕਰਦੇ ਨੇ ਹੁਣ ਜੇ ਇੱਕ ਬੰਦਾ ਤਾਂ 10,000 ਪੇਜ ਦੀ ਇੱਕ ਕਿਤਾਬ ਨਹੀਂ ਕਈ ਸਬਜੈਕਟ ਨੇ ਉਹ ਪੜ੍ਹਦਾ ਉਹਨੂੰ ਤੁਸੀਂ ਕਹਿੰਦੇ ਬੇਵਕੂਫ ਹੈ ਉਹਨੂੰ ਤਾਂ ਕੁਛ ਨਹੀਂ ਆਉਂਦਾ ਤੁਸੀਂ ਜਾ ਕੇ ਕਹਿੰਦੇ ਇਹਨੂੰ ਆਹ ਕਰ। ਸੋ ਮੈਂ ਇਸ ਗੱਲ ਤੇ ਮੈਂ ਨਹੀਂ ਕਹਿੰਦਾ ਹਸਪਤਾਲਾਂ ਠੀਕ ਹੈ ਕਮਿਸ਼ਨ ਲੈਂਦੇ ਨੇ ਡਾਕਟਰ ਇਹਨਾਂ ਨੇ ਰੋਕ ਲਿਆ। ਇਹਨਾਂ ਦਾ ਹੈਲਥ ਸਿਸਟਮ ਕਾਰਪੋਰੇਸ਼ਨ ਵਾਲੇ ਦਵਾਈਆਂ ਖਰੀਦ ਕੇ ਘਟੀਆ ਦਵਾਈਆਂ ਖਰੀਦਦੇ ਸੀ ਇਹਨਾਂ ਨੇ ਉਹਦਾ ਪ੍ਰਬੰਧ ਕਰ ਲਿਆ। ਦਵਾਈਆਂ ਤਾਂ ਉਹੀ ਜਾ ਰਹੀਆਂ ਨਾ ਸਾਜੋ ਸਮਾਨ ਉਹੀ ਜਾ ਰਿਹਾ ਨਾ। ਤੁਸੀਂ ਗੱਦੇ ਮਾੜੇ ਖਰੀਦ ਕੇ ਦੇ ਦਿਓ ਗੱਦੇ ਕਹਾਂ ਫਟੀ ਜਾਣਗੇ ਫਿਰ ਕਹੋਗੇ ਫਟੇ ਗੱਦੇ ਕਿਉਂ ਨੇ। ਸਹੀ ਗੱਲ ਜਿਹਨੇ ਖਰੀਦੇ ਨੇ ਉਹਨੂੰ ਕਿਉਂ ਨਹੀਂ ਪੁੱਛਿਆ। ਵੈਂਟੀਲੇਟਰ ਖਰੀਦ ਕੇ ਦਿੱਤੇ ਕੇਂਦਰ ਨੇ ਸਾਰਿਆਂ ਦੇ ਵਿੱਚ ਹਵਾ ਨੂੰ ਸਿੱਧੀ ਕਰਨ ਦਾ ਯੰਤਰ ਨਹੀਂ ਸੀ। ਆਕਸੀਜਨ ਕਿੰਨੀ ਜਾ ਰਹੀ ਅੰਦਰ ਉਹਨੂੰ ਮਿਣਨ ਦਾ ਯੰਤਰ ਨਹੀਂ ਸੀ। ਇਹਨਾਂ ਦੇ ਇਹ ਤਾਂ ਕਹਿੰਦੇ ਨੇ ਆਕਸੀਜਨ ਦਾ ਜ਼ਿਆਦਾ ਆਕਸੀਜਨ ਨਾਲ ਵੀ ਮਰੀਜ਼ ਮਰ ਜਾਂਦਾ ਹੈ। ਇਹਨਾਂ ਨੂੰ ਪਤਾ ਹੀ ਨਹੀਂ ਜਦ ਜਿਸ ਬੰਦੇ ਨੂੰ ਕੋਈ ਕਹਿੰਦੇ ਜਿਸਕਾ ਕਾਮ उसी को साजे और करे तो ठेंगा बाजे। इन्होंने बेचारे नहीं पता ये कहते यार हस्पतालों का सुधार सुधरना चाहिए सुधार होना चाहिए। ਜਿਹੜੇ बोलते ने ये ਐਂ क्यों नहीं बोलते भी बच्चे सारे 8वीं तक जाते हैं वो फेल हो जाते हैं। मैं नहीं कहना भी जो बच्चे फेल होंगे तो हस्पताल च मरीज भी मरने चाहिए हैं ये मेरा कोई मतलब नहीं है। ये मास्टर पढ़ाउण ना पढ़ाउण मास्टर मजारे करन जो मर्जी दूजे बाबू काम करन या ना करन डॉक्टरों का फर्ज बनता काम करना और डॉक्टर नर्सां करते भी ने पर फिर भी उन्होंने काम च नुक्स हैगे ने वो नुक्स दूर होने चाहिए ने पर वो नुक्स रल मिल के इकट्ठे होकर दूर होना होणगे। ਅਸੀਂ ਇੱਕ ਮਿੰਟ ਅਸੀਂ ਆਪਣੀਆਂ ਐਸੋਸੀਏਸ਼ਨਾਂ 'ਚ ਕਹਿੰਦੇ ਸੀ ਬੜਾਓ ਜਿਹੜੇ ਮੰਤਰੀ ਮਰਜ਼ੀ ਨੂੰ ਜਿੰਨੇ ਮੰਤਰੀ ਜਿਉਂਦੇ ਨੇ ਬਹੁਤ ਸਾਡੇ ਵਿਚਾਰੇ ਫੌਤ ਹੋ ਗਏ। ਅਸੀਂ ਕਹਿੰਦੇ ਡਾਕਟਰ ਪੈਸੇ ਦੇ ਕੇ ਘਰ ਹਾਜ਼ਰ ਰਹਿੰਦੇ ਨੇ ਇਹਨਾਂ ਤੋਂ ਇੱਕ ਤੋਂ ਕਹਾ ਦਿਓ ਜਿਹੜੇ ਫੇਸਬੁੱਕੀ ਪਹਿਲਵਾਨ ਨੇ ਵੀ ਹਾਂ ਪੈਸੇ ਦੇ ਕੇ ਘਰ। ਅਸੀਂ ਕਹਿੰਦੇ ਤੁਸੀਂ ਕਿਉਂ ਨਹੀਂ ਲਾਲ ਸਿੰਘ ਨੂੰ ਅਸੀਂ ਕਿਹਾ ਲక్ష్ਮੀਕਾਂਤ ਚਾਵਲਾ ਨੂੰ ਅਸੀਂ ਕਿਹਾ ਸਰਦਾਰ ਬਸੰਤ ਸਿੰਘ ਖਾਲਸਾ ਨੂੰ ਅਸੀਂ ਕਿਹਾ ਸੁਖਦੇਵ ਸਿੰਘ ਢਿੱਲੋਂ ਨੂੰ ਅਸੀਂ ਕਿਹਾ ਇਹਨਾਂ ਤੋਂ ਕਹਾ ਕੇ ਦਿਖਾਓ। ਅਸੀਂ ਕਹਿੰਦੇ ਗੈਰ ਹਾਜ਼ਰ ਰਹਿੰਦੇ ਨੇ ਪੈਸੇ ਦੇ ਕੇ ਦੱਸੋ ਤੁਸੀਂ ਕੀ ਕਰਦੇ ਹੋ। ਫਿਰ ਅਗਲੀ ਗੱਲ ਹੁਣ ਵੀ ਰੂਰਲ ਦੇ 400 ਡਾਕਟਰ 500 ਪੋਸਟ ਜਿਹੜਾ ਹੈ ਡਿਸਪੈਂਸਰੀਆਂ 'ਚ ਉਹ ਜੋ ਬਹੁਤਾ ਗੈਰ ਹਾਜ਼ਰ ਰਹਿੰਦਾ ਹੈ ਮਹੀਨਾ ਦਿੰਦਾ ਹੈ ਇਹ ਕਰ ਲੈਣਾ ਉਹਨੂੰ ਹਾਜ਼ਰ। ਬਿਲਕੁਲ ਕਮਿਊਨਿਟੀ ਹੈਲਥ ਸੈਂਟਰਾਂ 'ਚ ਇੱਕ ਵੀ ਸਪੈਸ਼ਲਿਸਟ ਨਹੀਂ ਲਾ ਲੈਣ ਸਪੈਸ਼ਲਿਸਟ ਮੰਤਰੀ ਕਿੱਥੇ ਗਿਆ ਕੱਲ ਨੂੰ ਉੱਥੇ ਜਾ ਕੇ ਇੱਥੇ ਸਪੈਸ਼ਲਿਸਟ ਨਹੀਂ ਹੈਗਾ
ਫਿਰ ਅਸਮ ਨੂੰ ਫਾਇਰ ਟੰਗ ਦੂ। ਭਾਈ ਤੁਸੀਂ ਲਾਓਗੇ ਤਾਂ ਹੀ ਆਊਗਾ। ਹੱਦ ਹੈ। ਤੁਸੀਂ ਨਾ ਦੇਖਣਾ, ਨਾ ਤੁਹਾਨੂੰ ਪਤਾ। ਮੰਤਰੀ ਦਾ ਫਰਜ਼ ਇਹ ਬਣਦਾ ਸੀ, ਵਾਈਸ ਚਾਂਸਲਰ ਦਾ ਕੋਈ ਕੰਮ ਨਹੀਂ। ਵਾਈਸ ਚਾਂਸਲਰ ਦਾ ਕੰਮ ਹੈ ਉੱਥੇ ਯੂਨੀਵਰਸਿਟੀ ਨੂੰ ਪ੍ਰਬੰਧ ਕਰਨਾ। ਵਾਈਸ ਚਾਂਸਲਰ ਨੇ ਜੇ ਹਸਪਤਾਲ 'ਚ ਵੀ ਕੋਈ ਕੰਮ ਕਰਨਾ ਹੋਵੇ ਉਹਨੂੰ ਪਰਮਿਸ਼ਨ ਲੈਣੀ ਪਊਗੀ। ਤੁਹਾਨੂੰ ਮੈਂ ਅੱਜ ਦੱਸਣਾ, ਮੰਤਰੀ, ਸੈਕਟਰੀ, ਮੁੱਖ ਮੰਤਰੀ ਆਪਰੇਸ਼ਨ ਥੀਏਟਰ 'ਚ ਸਾਡੇ ਕਹੇ ਤੋਂ ਬਿਨਾਂ ਵੜ ਨਹੀਂ ਸਕਦੇ। ਉੱਥੇ ਅਸੀਂ ਮਰੀਜ਼ ਆਪਰੇਸ਼ਨ ਕਰਦੇ ਹੋਈਏ, ਮਰੀਜ਼ ਦਾ ਨਿਰਵਸਤਰ ਕਰਿਆ ਹੁੰਦਾ। ਤੁਹਾਡੇ ਕਰਕੇ ਅਸੀਂ ਇਹਨਾਂ ਨੂੰ ਵੜਨ ਦੇਵਾਂਗੇ ਉੱਥੇ? ਇਹ ਜੁੱਤੇ ਲੈ ਕੇ ਅੰਦਰ ਜਾ ਰਹਿਣਗੇ, ਤੁਹਾਡੇ ਕਰਕੇ ਅਸੀਂ ਟਾਇਲਟ ਕਰਾਂਗੇ। ਸਾਡੀ ਐਥਿਕਸ ਕਹਿੰਦੇ ਵੀ ਮਰੀਜ਼ ਨੂੰ ਅਸੀਂ ਇਨਫੈਕਸ਼ਨ ਨਹੀਂ ਹੋਣ ਦੇਣੀ। ਇਹ ਤਾਂ ਇਹਨਾਂ ਨੂੰ ਕੀ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਨਫੈਕਸ਼ਨ ਦਾ ਮਤਲਬ ਕੀ ਹੈ। ਇਹ ਤਾਂ ਹਰੇਕ ਤੇ ਰੋਬ। ਇਹਨਾਂ ਨੂੰ ਪੁੱਛੋ ਵੀ ਜੁੱਤੇ ਲੈ ਕੇ ਅੰਦਰ ਜਾਂਦੇ ਨੇ, ਜਦ ਏਦਾਂ ਮੀਡੀਆ ਲੈ ਕੇ ਚਲੇ ਜਾਂਦੇ ਨੇ, ਇਹ ਹਸਪਤਾਲ ਦੀ ਗਰਮਾ ਰਹਿੰਦੀ ਹੈ ਉਹਦੇ ਨਾਲ। ਉੱਥੇ ਮਰੀਜ਼ ਪਏ ਨੇ। ਇਹ ਕਰਿਆ ਆ ਮੰਤਰੀ, ਹੁਣ ਉਹਨੂੰ ਸੁਧਾਰ ਲੇਗਾ। ਫਿਰ ਦੱਸੇ ਬਜਟ ਕਿੰਨਾ ਹੈ ਤੁਹਾਨੂੰ ਪਤਾ? ਇਹਦਾ ਬਜਟ ਕਿੰਨਾ ਮੈਡੀਕਲ ਇਹ ਹਸਪਤਾਲ ਦਾ? 10 ਲੱਖ ਰੁਪਇਆ ਬਜਟ ਸਾਰੇ ਸਾਲ ਦਾ ਇਹਨਾਂ ਨੇ ਪਾਸ ਕਰਿਆ। ਇਹ MLA ਸੀ, ਮੰਤਰੀ। ਇਹ ਪੁੱਛੇ ਵੀ ਆ ਰਜਿੰਦਰਾ ਹਸਪਤਾਲ ਨੂੰ ਤਾਂ ਤੁਸੀਂ 67 ਕਰੋੜ, ਇਹਨੂੰ ਦਿੱਤਾ 70 ਕਰੋੜ, ਤੇ ਇਹ 10 ਲੱਖ ਕਿਉਂ ਹੈ ਵੀਰੇ? ਪੁੱਛਿਆ ਇਹਨੇ। ਇਹ MLA ਸੀ ਨਾ, ਮੰਤਰੀ ਤਾਂ ਹੁਣ ਬਣਿਆ। ਇਹਨੇ ਪੁੱਛਿਆ ਉਦੋਂ, ਇਹਦੀ ਡਿਊਟੀ ਨਹੀਂ ਸੀ। ਬਜਟ ਤਾਂ ਡਾਕਟਰਾਂ ਨੇ ਨਹੀਂ ਨਾ ਪਾਸ ਕਰਿਆ, ਨਾ ਡਾਕਟਰਾਂ ਨੇ ਬਣਾਇਆ। ਇਹਨੇ ਪੁੱਛਿਆ ਵੀ ਆ ਬਾਬਾ ਫਰੀਦ ਯੂਨੀਵਰਸਿਟੀ ਤੋਂ ਆਪਾਂ ਕੋਈ ਪੈਸੇ ਹੀ ਨਹੀਂ ਰੱਖਿਆ ਹੋਇਆ। ਆ ਪੰਜਾਬੀ ਯੂਨੀਵਰਸਿਟੀ ਨੂੰ ਰੱਖਿਆ ਹੈ, ਪੰਜਾਬ ਯੂਨੀਵਰਸਿਟੀ ਨੂੰ ਰੱਖਿਆ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰੱਖਿਆ ਹੈ, ਐਗਰੀਕਲਚਰ ਯੂਨੀਵਰਸਿਟੀ ਨੂੰ ਰੱਖਿਆ ਹੈ, ਆਯੁਰਵੈਦਿਕ ਯੂਨੀਵਰਸਿਟੀ ਨੂੰ ਰੱਖਿਆ ਹੈ। ਵੀ ਬਾਬਾ ਫਰੀਦ ਨੂੰ ਕੋਈ ਪੈਸਾ ਹੀ ਨਹੀਂ। ਇਹ ਕੀ ਗੱਲ ਹੈ ਬਈ? ਪੁੱਛਿਆ ਨੇ। ਉਸ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਹ ਬੇਇੱਜ਼ਤੀ ਕਰ ਰਿਹਾ ਹੈ ਜਿਹਨੂੰ ਇਹ ਢੇਡਾ ਨਹੀਂ ਦੇ ਰਹੇ। ਮੰਤਰੀ ਦੇ ਤਾਂ ਫਰਜ਼ ਬਣਦਾ ਹੀ ਸੀ ਨਾ MLA ਦੇ ਤੌਰ ਤੇ ਪੁੱਛਣਾ ਵੀ ਇਹ ਹੋਰ ਫਿਰ ਬਜਟ ਨੇ ਪਾਸ ਕੀ ਕਰਿਆ। ਇਹਦਾ ਮਤਲਬ ਇਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਮੈਂ ਇਹ ਕਹਾਂਗਾ, ਇਹਨਾਂ ਨੇ ਸਵਾਲ ਪੁੱਛਿਆ ਹੁੰਦਾ, ਮੈਂ ਕਹਿੰਦਾ ਡਿਊਟੀ ਨਿਭਾਤੀ, ਉਹਦਾ ਹੱਲ ਹੋਵੇ ਨਾ ਹੋਵੇ। ਇਹਨਾਂ ਨੇ ਕਰਿਆ ਸਵਾਲ? ਇਹ ਇਦੋਂ ਅੱਗੇ ਇਹ ਮੰਤਰੀ ਬਣ ਗਏ। ਇਹਨਾਂ ਨੇ ਮੰਤਰੀ ਬਣ ਕੇ ਦੇਖਿਆ। ਮੇਰੇ ਕੋਲ ਮਰੀਜ਼ ਆਉਂਦਾ ਹੈ, ਮੈਨੂੰ ਨਹੀਂ ਪਤਾ ਵੀ ਇਹ ਮਰੀਜ਼ ਦਾ ਮੈਂ ਕੋਈ ਕੰਮ ਕਰਨਾ। ਮੈਂ ਤੁਹਾਨੂੰ ਇਹਦੇ 'ਚ ਵੀ ਕਿਉਂ ਦਿੰਦਾ? ਮੈਨੂੰ ਭਾਰਤ ਸਰਕਾਰ ਨੇ ਕਹਿਤਾ ਵੀ ਆਹ ਅਨਪੜ੍ਹਾਂ ਨੂੰ ਪੜ੍ਹਾਉਣ ਵਾਸਤੇ ਅਸੀਂ ਉਹਦੇ ਸਿਹਤ ਦੇ ਬੜੇ ਮਾਮਲੇ ਹੁਣ ਬਹੁਤ ਸਾਰੇ ਡਾਕਟਰ ਨੂੰ ਕਿਹਾ। ਅਸੀਂ ਪਹਿਲਾਂ ਆਖਿਆ ਅਸੀਂ ਡਾਕਟਰੀ ਕਰਦੇ ਹਾਂ, ਸੁਪਰ ਸਪੈਸ਼ਲਿਸਟ ਅਸੀਂ ਕੀ ਲੈਣਾ। ਤੇ ਬੜੀਆਂ ਉੱਥੇ ਕਾਨਫਰੰਸਾਂ ਹੋਈਆਂ ਵੀ ਜੇ ਤੁਸੀਂ ਨਹੀਂ ਕਰੋਗੇ ਵੀ ਭਗਤ ਸਿੰਘ ਹੋਰਾਂ ਨੇ ਤਾਂ ਸ਼ਹੀਦੀ ਲੈ ਲਈ ਦੇਸ਼ ਵਾਸਤੇ, ਅਸੀਂ ਇਮੋਸ਼ਨਲ ਹੋ ਕੇ ਚੱਲ ਪਏ। ਪਰ ਪਹਿਲਾਂ ਮੈਂ ਕਾਇਦੇ ਲੈ ਕੇ ਪੜ੍ਹੇ ਸਾਰੇ ਵਿਆਕਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ ਦੇ, ਪੰਜਾਬ ਯੂਨੀਵਰਸਿਟੀ ਛਪੇ ਹੋਏ ਖਰੀਦ ਕੇ ਪੜ੍ਹੇ। ਐਲਫਾਬੈਟ ਊੜਾ ਕਿੱਥੋਂ ਆਇਆ, ਕਿਵੇਂ ਆਇਆ, 35 ਬਣੀ ਕਿਵੇਂ ਹੈ, ਅੱਖਰ ਨੂੰ ਅੱਖਰ ਕਿਉਂ ਕਹਿੰਦੇ ਨੇ, ਇਹ ਪਹਿਲਾਂ ਪੜ੍ਹਿਆ ਸਾਰਾ। ਤਾਂ ਅਨਪੜ੍ਹਾਂ ਨੂੰ ਪੜ੍ਹਾਉਣ ਵਾਸਤੇ ਕਹਿਣਾ ਮੈਂ। ਕਿਉਂਕਿ ਜੇ ਤੁਹਾਨੂੰ ਕੋਈ ਕੰਮ ਤੁਸੀਂ ਲੈ ਲਿਆ ਜ਼ਿੰਮੇਵਾਰੀ, ਉਹਨੂੰ ਫਿਰ ਤੁਹਾਨੂੰ ਪਹਿਲਾਂ ਇਹ ਤਾਂ ਦੇਖਣਾ ਪਊ। ਤੁਸੀਂ ਤਾਂ ਕਦੇ ਕਰਿਆ ਨਹੀਂ ਉਹ ਕੰਮ। ਅਸੀਂ ਤਾਂ ਡਾਕਟਰਾਂ ਨੂੰ ਪੜ੍ਹਾਉਂਦੇ ਜੇ ਅਸੀਂ ਕੋਈ ਅਨਪੜ੍ਹਾਂ ਨੂੰ ਪੜ੍ਹਾਉਣ ਲੱਗੇ ਹੋਏ ਸੀ। ਫਿਰ ਤੁਹਾਨੂੰ ਉਹਦੀ ਸਟੱਡੀ ਤਾਂ ਕਰਨੀ। ਮੰਤਰੀ ਸਾਹਿਬ ਬਣ ਗਏ ਮੰਤਰੀ, ਹੁਣ ਤਾਂ ਮੰਤਰੀ ਬਣਿਆ ਨੂੰ ਵੀ ਟਾਈਮ ਹੋ ਗਿਆ ਸੀ। ਇਹਨਾਂ ਨੇ ਹੁਣ ਤੱਕ ਇਹ ਸਟੱਡੀ ਕਰਿਆ ਵੀ ਭਾਈ ਕਿੰਨਾ ਇਹਨਾਂ ਦਾ ਬਜਟ ਹੈ। ਇਹ ਤਾਂ ਇਹਨਾਂ ਨੂੰ ਪਤਾ ਹੀ ਸੀ ਵੀ ਹਾਲਤ ਤਾਂ ਮਾੜਾ ਹੀ ਹੈ। ਸਮਾਣਾ ਹਸਪਤਾਲ ਕੀ ਚੰਗਾ ਚੱਲਦਾ, ਇਹਨਾਂ ਨੂੰ ਨਹੀਂ ਪਤਾ ਵੀ ਸਮਾਣਾ ਹਸਪਤਾਲ ਦਾ ਮਾੜਾ ਹਾਲ ਹੈ। ਇਹਨਾਂ ਨੂੰ ਵੀ ਪਤਾ ਰਜਿੰਦਰ ਹਸਪਤਾਲ ਦਾ ਮਾੜਾ ਹਾਲ ਹੈ। ਇਹਨਾਂ ਨੂੰ ਨਹੀਂ ਪਤਾ ਵੀ ਦੁੱਧ ਸਾਧਨ ਦਾ ਮਾੜਾ ਹਾਲ ਹੈ। ਇਹਨਾਂ ਨੂੰ ਪਤਾ ਘੱਗੇ ਦਾ ਮਾੜਾ ਹਾਲ ਹੈ। ਇਹਨਾਂ ਨੂੰ ਪਤਾ ਸ਼ਤਾਰਾਣੇ ਦਾ ਮਾੜਾ ਹਾਲ ਹੈ। ਇਹਨਾਂ ਨੂੰ ਪਤਾ ਪਾਤੜਾਂ ਦਾ ਮਾੜਾ ਹਾਲ ਹੈ। ਇਹਨਾਂ ਨੂੰ ਪਤਾ ਦਿੜਵੇ ਦਾ ਮਾੜਾ ਹਾਲ ਹੈ। ਇਹਨਾਂ ਨੂੰ ਪਤਾ ਨਰਾਮਪੁਰ ਦਾ ਮਾੜਾ ਹਾਲ ਹੈ। ਤੇ ਜੇ ਇਹ ਮਾੜੇ ਹਾਲ ਇਹਨਾਂ ਨੂੰ ਪਤਾ ਹੈ ਤੇ ਫਿਰ ਇਹ ਮਾੜਾ ਜਿਹਾ ਐਂ ਤਾਂ ਦੇਖਦੇ ਵੀ ਭਾਈ ਇਹ ਮਾੜੇ ਕਿਉਂ ਨੇ। ਆਪਾਂ ਐਂ ਦੇਖ ਲਈਏ ਮੈਂ ਮੰਤਰੀ ਬਣਿਆ, ਮੈਂ ਇਹ ਤਾਂ ਦੇਖਣਾ ਮੈਂ ਕਿਉਂ ਕਹਿਣਾ। ਮੈਨੂੰ ਪਤਾ ਸੀ ਵੀ ਪੇਪਰ ਲੀਕ ਹੁੰਦਾ ਹਰ ਵਾਰੀ MBBS ਦਾਖਲੇ ਦਾ। ਮੈਨੂੰ ਰਜਿਸਟਰ ਲਾਤਾ, ਪਹਿਲਾਂ ਤਾਂ ਮੈਂ ਨਾ ਕਰਦਾ ਰਿਹਾ। ਚਲੋ ਫਿਰ ਮੈਨੂੰ ਐ ਬਾਹੋਂ ਫੜ ਕੇ ਲਾਈਏ, ਮੈਂ ਲੱਗ ਗਿਆ। ਮੈਂ ਪਹਿਲਾ ਕੰਮ ਜਾਨਸਾਰ ਕਰੇ ਵੀ ਪੇਪਰ ਲੀਕ ਕਿਉਂ ਹੁੰਦਾ, ਇਹ ਸਟੱਡੀ ਕਰੀ, ਫਿਰ ਬੰਦ ਕਰਤਾ। ਹੁਣ ਮੈਂ ਜਾਨਸਾਰ ਕਹਾਂ ਤੂੰ ਚੋਰ, ਤੂੰ ਇੱਥੇ ਕਿਉਂ ਬੈਠਾ, ਤੂੰ ਫਲਾਣਾ ਕਿਉਂ ਕਰਿਆ। ਥਾਣੇਦਾਰ ਨਹੀਂ ਕੰਮ ਚੱਲਦਾ ਹੁੰਦਾ। ਸੋ ਇਸ ਕਰਕੇ ਆਪਾਂ ਨੂੰ ਇਹ ਸਮਝਣਾ ਪਊ ਕਿ ਮੰਤਰੀ ਨੂੰ ਲੋਕ ਤਾਂ ਕਹਿੰਦੇ ਵੀ ਕੁਆਲੀਫਾਈਡ ਨਹੀਂ। ਮੈਂ ਕਹਿੰਦਾ ਜਮਾਂ ਹੀ ਅਨਪੜ੍ਹ ਹੁੰਦਾ ਚਾਹੇ, ਫਿਰ ਵੀ ਇਹ ਤਾਂ ਕਹਿੰਦੇ ਨੇ 12ਵੀਂ ਪਾਸ ਹੈ। ਮੈਨੂੰ ਨਹੀਂ ਪਤਾ ਕਿੰਨਾ ਪੜ੍ਹਿਆ ਕਿੰਨਾ ਨਹੀਂ, ਪਰ ਮੰਤਰੀ ਨੂੰ ਆਪਦੀ ਗੱਲ ਸਮਝ ਆਉਣੀ ਚਾਹੀਦੀ ਹੈ। ਇਹਨਾਂ ਨੂੰ ਕਿਉਂ ਨਹੀਂ ਆਉਂਦਾ ਕੰਮ? ਜਿਹੜਾ ਕੰਮ ਇਹਨਾਂ ਨੂੰ ਜਿਹੜਾ ਇਹਨਾਂ ਦਾ ਕਦੇ ਕੰਮ ਕਰਿਆ ਹੀ ਨਹੀਂ, ਕਿਉਂਕਿ ਨਾ ਤੇ ਪਿੰਡ ਦੇ ਸਰਪੰਚ ਰਹੇ ਨੇ ਕਦੇ,
ਨਾ ਇਹ ਬਲਾਕ ਸੰਮਤੀ ਦੇ ਕਦੇ ਰਹੇ ਨੇ ਮੈਂਬਰ ਵੀ, ਨਾ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਰਹੇ ਨੇ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਪਬਲਿਕ ਦੇ ਨੁਮਾਇੰਦੇ ਨੇ ਕੰਮ ਕਿਵੇਂ ਕਰਨਾ ਹੁੰਦਾ। ਮੈਨੂੰ ਤਾਂ ਲੱਗਦਾ MLA ਵੀ ਪਹਿਲੀ ਵਾਰੀ ਬਣੇ ਨੇ। ਜਿਸ ਬੰਦੇ ਨੂੰ ਪਬਲਿਕ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਨਾ ਹੀ ਨਹੀਂ ਆਉਂਦਾ, ਕੋਈ ਜਥੇਬੰਦੀਆਂ 'ਚ ਰਹੇ ਹੋਣਗੇ, ਕਿਤੇ ਕੋਈ 4 ਆਪਦੇ ਭਾਈਚਾਰੇ ਦਾ ਇਕੱਠ ਕਰਿਆ ਹੋਊਗਾ, ਪਰ ਇਹਨਾਂ ਨੇ ਪਬਲਿਕ ਦੀਆਂ ਜਥੇਬੰਦੀਆਂ ਨਾਲ ਕਦੇ ਮੈਨੂੰ ਲੱਗਦਾ ਨਹੀਂ ਵੀ ਕੰਮ ਕਰਿਆ ਹੋਵੇ। ਜਿਨ੍ਹਾਂ ਨੇ ਕੰਮ ਕਰਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਗੱਲ ਕਰਨੀ ਆ ਫਿਰ ਕਿਵੇਂ ਕਰਨੀ ਹੈ। ਹਾਂ, ਹੁਣ ਤੁਸੀਂ ਦੱਸੋ। ਡਾਕਟਰ ਅਗਲਾ ਡਾਕਟਰਾਂ ਦੀ ਤਾਂ ਗੱਲ ਹੋ ਗਈ, ਚਲੋ ਡਾਕਟਰਾਂ ਨਾਲ ਜੋ ਬੀਤੀ ਉਹਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਾਰੇ ਡਾਕਟਰ ਜਿਹੜੇ ਨੇ ਉਹ ਥਾਂ ਥਾਂ ਤੇ ਮੰਗ ਪੱਤਰ ਦੇ ਰਹੇ ਨੇ। ਪਰ ਗੱਲ ਜਦੋਂ ਆਪਾਂ ਮਰੀਜ਼ਾਂ ਦੀ ਕਰਦੇ ਆ, ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ, ਦਵਾਈਆਂ ਨਹੀਂ ਮਿਲਦੀਆਂ ਜਾਂ ਹਸਪਤਾਲਾਂ 'ਚ ਮਾੜਾ ਪ੍ਰਬੰਧ ਜਾਂ ਡਾਕਟਰ ਔਖੇ ਹੋ ਕੇ ਬੋਲ ਦਿੰਦੇ ਨੇ ਕਈ ਵਾਰੀ, ਉਹ ਚਲੋ ਕੰਮ ਦਾ ਬੋਝ ਹੁੰਦਾ, ਪਰ ਸਵਾਲ ਇਹ ਹੈ ਕਿ ਉਹਨਾਂ ਮਰੀਜ਼ਾਂ ਦੀ ਆਵਾਜ਼ ਕੌਣ ਚੁੱਕੇਗਾ, ਕੌਣ ਦੱਸੇਗਾ ਸਰਕਾਰ ਨੂੰ ਕਿ ਆਹ ਪ੍ਰਬੰਧ ਨਹੀਂ ਹੈਗੇ, ਕੌਣ ਉਹਨਾਂ ਲਈ ਹੜਤਾਲ ਕਰੇਗਾ ਕਿ ਆਹ ਦੇਖੋ ਜੀ ਸਾਡੇ ਮਰੀਜ਼ਾਂ ਦੇ ਨਾਲ ਮਰੀਜ਼ ਜਿਹੜੇ ਨੇ ਉਹ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ, ਸਰਕਾਰਾਂ ਸਾਰ ਨਹੀਂ ਲੈਂਦੀਆਂ। ਅਸੀਂ ਤਾਂ ਐਸੋਸੀਏਸ਼ਨ ਦੇ ਤੌਰ ਤੇ ਕਰਦੇ ਰਹੇ ਹਾਂ, ਸਾਡੀ ਤਾਂ ਮੰਗ ਹੀ ਇਹ ਰਹੀ ਹੈ। ਮੈਨੂੰ ਬੋਪਾ ਦਾ ਸੈਕਟਰੀ ਸੀਗਾ, ਨੱਥਾ ਸਿੰਘ ਤਾਂ ਸਾਡੇ ਵਜ਼ੀਰ ਸੀ, ਮੈਨੂੰ ਕਹਿੰਦਾ ਤੁਹਾਨੂੰ ਕੀ ਲੈਣਾ, ਦਵਾਈਆਂ ਹੈ ਨਾ ਹੈ। ਮੈਂ ਜੇ ਦਵਾਈਆਂ ਨਹੀਂ ਫਿਰ ਅਸੀਂ ਉੱਥੇ ਡੀਲ ਕਾ ਪੁੱਜਣਾ, ਸਾਡਾ ਫਿਰ ਹਸਪਤਾਲ ਢਾਹ ਦਿਓ। ਜੇ ਉੱਥੇ ਸਾਜੋ ਸਮਾਨ ਹੀ ਨਹੀਂ ਤੇ ਮਰੀਜ਼ ਦਾ ਇਲਾਜ ਕਿਵੇਂ ਹੋਊਗਾ। ਅਸੀਂ ਤਾਂ ਮੰਗ ਇਹ ਵੀ ਕਰਦੇ ਰਹੇ ਵੀ ਦਵਾਈਆਂ ਵਧੀਆ ਤੇ ਸਸਤੀਆਂ ਖਰੀਦੋ, ਸਰਕਾਰੀ ਕੰਪਨੀਆਂ ਤੋਂ ਖਰੀਦੋ। ਇਹ ਸਰਕਾਰ ਨੂੰ ਪੁੱਛ ਲਓ, ਇਸ ਮੰਤਰੀ ਨੂੰ ਪੁੱਛ ਲਓ ਵੀ ਦਵਾਈਆਂ 'ਚ ਹੇਰਾਫੇਰੀ ਕਿਉਂ ਹੁੰਦੀ ਹੈ ਖਰੀਦ 'ਚ, ਪੁੱਛ ਲਓ ਨਾ। ਇਸ ਮੰਤਰੀ ਨੂੰ ਪੁੱਛ ਲਓ ਵੀ 28 ਰੁਪਏ ਦਾ ਬਜਟ ਸੀ ਪਿਛਲੇ ਸਾਲ ਦਵਾਈ ਦਾ, ਸਾਰੇ ਸਾਲ ਦਾ ਇੱਕ ਵਿਅਕਤੀ ਪ੍ਰਤੀ 28 ਰੁਪਏ ਦੇ 2 ਪੈਰਾਸੀਟਾਮੋਲ ਦੇ ਪੱਤੇ ਆਉਂਦੇ ਨੇ। ਇਹਨਾਂ ਨੂੰ ਪੁੱਛੋ, ਕਿਉਂਕਿ ਲੋਕਾਂ ਨੇ ਤਾਂ ਸਾਹਮਣੇ ਗੱਲ ਪੈਣਾ ਨਾ, ਜਿਹੜੇ ਸਾਹਮਣੇ ਬੈਠਾ ਹੈ। ਇਹਨਾਂ ਨੂੰ ਪੁੱਛੋ ਵੀ ਉਹ ਬਜਟ ਕਿੱਥੇ ਹੈ ਤੁਹਾਡਾ। ਫਿਰ ਉਹ ਦਵਾਈਆਂ ਘਟੀਆ ਆਉਂਦੀਆਂ ਨੇ, ਫਿਰ ਸਾਜੋ ਸਮਾਨ ਘਟੀਆ ਖਰੀਦਿਆ ਜਾਂਦਾ। ਇਹਨਾਂ ਨੂੰ ਪੁੱਛੋ ਨਾ। ਉਹ ਸਾਜੋ ਸਮਾਨ ਡਾਕਟਰ ਨੇ ਆਪਦੇ ਤੇ ਤਾਂ ਨਹੀਂ ਵੈਂਟੀਲੇਟਰ ਲਾਉਣਾ, ਉਹ ਤਾਂ ਜਦ ਬਿਮਾਰ ਹੋਊ ਤਾਂ ਹੀ ਲੱਗੂ ਉਹਦੇ, ਤਾਂ ਮਰੀਜ਼ਾਂ ਤੇ ਲਾਉਣਾ ਨਾ, ਉਹ ਤਾਂ ਲਿਖ ਕੇ ਭੇਜਦੇ ਨੇ। ਡਾਕਟਰਾਂ ਨੇ ਸਿਰਫ ਡਾਕਟਰ ਨੇ ਜਿਹੜੇ ਇਹ ਜਿਹਾ ਰਿਸਕ ਵੀ ਲੈ ਲੈਂਦੇ ਨੇ, ਕਿਉਂਕਿ ਉਹਨੂੰ ਪਤਾ ਵੀ ਮੈਂ ਨੌਕਰੀ ਚੋਂ ਕੱਢ ਦੇਣਗੇ ਮੈਨੂੰ, ਫਿਰ ਵੀ ਮੈਂ ਆਪਦਾ ਮੇਰੀ ਤਾਂ ਚੱਲੀ ਜਾਣੀ ਆ ਹਲਵਾ ਭਾਂਡਾ। ਬਾਕੀ ਤਾਂ ਬੋਲਦੇ ਹੀ ਨਹੀਂ, ਬਾਕੀਆਂ ਤੋਂ ਬੁਲਾ ਕੇ ਦਿਖਾਓ ਵੀ ਇੱਥੇ ਗੰਦ ਕਿਉਂ ਪਿਆ ਹੈ। ਅਸੀਂ ਲਿਖ ਕੇ ਦਿੰਦੇ ਸੀ, ਅਸੀਂ ਕਿਹਾ ਕਲਾਸ 4 ਕਿਉਂ ਨਹੀਂ ਭਰਤੀ ਕਰ, ਤੁਸੀਂ ਕਹਿੰਦਾ ਕਲਾਸ 4 ਤੋਂ ਕੀ ਲੈਣਾ ਬੋਪਰ ਹੈ ਕਹਿੰਦਾ। ਮੈਂ ਕਿਹਾ ਫਿਰ ਉੱਥੇ ਸਫਾਈ ਅਸੀਂ ਕਰਿਆ ਕਰਾਂਗੇ, ਮਰੀਜ਼ ਤਾਂ ਰੋਜ਼ ਉਲਟੀਆਂ ਕਰਦੇ ਨੇ, ਟੱਟੀਆਂ ਕਰਦੇ ਨੇ। ਐ ਨਾ ਰੱਖੋ ਤੁਸੀਂ। ਸਵਾਲ ਇਹ ਹੈ ਵੀ ਹਸਪਤਾਲਾਂ ਦਾ ਪ੍ਰਬੰਧ ਮਾੜਾ, ਇਹ 'ਚ ਸੱਚ ਹੈ ਵੀ ਮਾੜਾ, ਇਹ ਠੀਕ ਹੋਣਾ ਚਾਹੀਦਾ, ਪਰ ਠੀਕ ਹੈ 'ਚ ਮਾੜਾ ਪਹਿਲਾਂ ਪਤਾ ਤਾਂ ਕਰੋ ਮਾੜਾ ਕਿਉਂ ਆ, ਕੌਣ ਕੌਣ ਜ਼ਿੰਮੇਵਾਰ ਹੈ। ਜਿਹੜਾ ਡਾਕਟਰ ਗੈਰ ਹਾਜ਼ਰ ਰਹਿੰਦਾ ਹੈ ਪਹਿਲਾਂ ਉਹਨੂੰ ਸਮਝਾਓ ਵੀ ਦੇਖ ਇਹ ਕੰਮ ਨਹੀਂ ਚੱਲਣਾ, ਤੈਨੂੰ ਬਿੱਲੇ ਦੇ ਕੰਨ ਵਰਗੇ ਨੋਟ ਮਿਲਦੇ ਨੇ, ਤੈਨੂੰ ਕੰਮ ਕਰਨਾ ਪੈਣਾ ਹੈ। ਜੇ ਉਹ ਨਹੀਂ ਕਰਦਾ ਫਿਰ ਉਹਨੂੰ ਕਰ ਦਿਓ, ਸਜ਼ਾ ਦਿਓ, ਉਹਦਾ ਵਿਧੀਵਤ ਤਰੀਕਾ ਹੈ, ਉਹਦੇ ਥੱਪੜ ਨਹੀਂ ਮਾਰ ਸਕਦੇ ਫਿਰ ਵੀ ਤੁਸੀਂ ਜਾ ਕੇ ਵਾਈਸ ਚਾਂਸਲਰ ਨੂੰ, ਮੈਂ ਆਪ ਦੇਖਿਆ ਮੋਢੇ 'ਤੇ ਹੱਥ ਲਾ ਕੇ ਇਹਨੇ ਪਾਇਆ, ਮੰਤਰੀ ਨੇ ਆਪ ਉਹਦੇ ਮੋਢੇ 'ਤੇ ਹੱਥ ਰੱਖਿਆ। ਮੰਤਰੀ ਕਹੇ, ਪਬਲਿਕਲੀ ਕਹੇ ਵੀ ਮੈਂ ਨਹੀਂ ਰੱਖਿਆ, ਮੈਂ ਵੀਡੀਓ ਦਿਖਾਉਣਾ। ਕੀ ਗੱਲਾਂ ਕਰਦੇ ਨੇ। ਮੇਰੀ ਉਸ ਵਾਈਸ ਚਾਂਸਲਰ ਭੋਰਾ ਨਹੀਂ ਬਣਦੀ, ਉਹ ਵਾਈਸ ਚਾਂਸਲਰ ਨੂੰ ਭੋਰਾ ਐਡਮਿਨਿਸਟ੍ਰੇਸ਼ਨ ਨਹੀਂ ਆਉਂਦੀ, ਪਰ ਉਹਦਾ ਐਡਮਿਨਿਸਟ੍ਰੇਟਰ ਹੈ ਹੀ ਨਹੀਂ। ਦੂਜੀ ਗੱਲ, ਵਾਈਸ ਚਾਂਸਲਰ ਮਾੜਾ ਹੈ, ਤੁਸੀਂ ਉਹਨੂੰ ਹਟਾਉਣਾ ਚਾਹੁੰਦੇ ਹੋ, ਉਹਨੂੰ ਹਟਾ ਦਿਓ। ਮੰਤਰੀ ਨੂੰ ਤਾਂ ਲੋੜ ਹੀ ਨਹੀਂ ਸੀ ਉੱਥੇ ਜਾਣ ਦੀ, ਤੁਸੀਂ ਉਹਨੂੰ ਹਟਾਉਣਾ ਹੈ, ਤੁਸੀਂ ਸੈਕਟਰੀ ਨੂੰ ਫੋਨ ਕਰ ਦਿਓ ਕਿ ਮੰਤਰੀ ਨੂੰ, ਉਹਨੂੰ ਵਾਈਸ ਚਾਂਸਲਰ ਨੂੰ ਫੋਨ ਕਰਦੇ, ਉਹ ਆਪਣਾ ਰੈਜ਼ੀਗਨੇਸ਼ਨ ਭੇਜ ਦੇ। ਜੇ ਫਿਰ ਨਹੀਂ ਭੇਜਦਾ ਫਿਰ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ। ਜੇ ਤੁਹਾਨੂੰ ਲੱਗਦਾ ਵੀ ਉਹਨੇ ਤਾਂ ਬਹੁਤ ਵੱਡਾ ਪਾਪ ਕਰਤਾ, ਉਹਨੂੰ ਚਾਰਜ ਸ਼ੀਟ ਕਰ ਦਿਓ। ਜਨਾਬ ਰੂਲ ਬਣੇ ਹੋਏ ਨੇ, ਰੂਲਾਂ 'ਚ ਲਿਖਿਆ ਵੀ ਜੇ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਕਿਵੇਂ ਦੇਣੀ ਹੈ। ਐਂ ਕਰੇ ਇਹ ਮੰਤਰੀ ਕਿਸੇ ਨੂੰ ਏਦਾਂ ਜਿਵੇਂ ਇਹਨੇ ਐਂ ਕਰਿਆ ਨਾ, ਉਹ ਤਾਂ ਵਾਈਸ ਚਾਂਸਲਰ ਡਰਦਾ ਹੈ। ਦੂਜੀ ਕਿਉਂਕਿ ਆਪ ਵੀ ਉਹ ਇਹੋ ਜਿਹੇ ਕੰਮ ਕਰਦਾ ਰਿਹਾ। ਜੇ ਆ ਬੀਜੇ ਸੋਲ ਉਹਨੇ ਕਰਮਾ ਸੰਦਲਾ ਖੇਤ, ਵਾਈਸ ਚਾਂਸਲਰ ਉਹੀ ਹੋਈ ਹੈ ਜੋ ਡਾਕਟਰਾਂ ਨਾਲ ਕਰਦਾ ਸੀ, ਜੋ ਬਾਕੀਆਂ ਨਾਲ ਕਰਦਾ ਸੀ। ਪਰ ਮੈਂ ਬਦਲਾ ਲਊ ਕਾਰਵਾਈ 'ਚ ਨਹੀਂ ਪੈਂਦਾ। ਇਹਨੇ ਜਿਵੇਂ ਉਹਨੂੰ ਉੱਥੇ ਪਾਇਆ, ਤੁਹਾਨੂੰ ਪਤਾ ਵੀ ਤੇ ਕੰਪਨਸੇਸ਼ਨ ਦਾ ਮੁਕੱਦਮਾ ਜੇ ਕਰਦੇ ਉਹ ਵਾਈਸ ਚਾਂਸਲਰ, ਇਹਨੇ ਸਾਰੀ ਉਮਰ ਨਹੀਂ ਨਿਕਲਣਾ। ਤੁਸੀਂ ਮੈਨੂੰ ਦੱਸੋ, ਕਿਸੇ ਬੰਦੇ ਨੇ ਕਤਲ ਵੀ ਕਰਤਾ, ਉਹਦੇ ਪੁਲਿਸ ਗੋਲੀ ਮਾਰ ਸਕਦੇ ਸਿੱਧੀ? ਝੂਠਾ ਜਿਹਾ ਬਹਾਨਾ ਬਣਾਉਂਦੀ ਆ, ਮੁਕਾਬਲਾ ਹੋਇਆ ਸੀ ਜੀ, ਐਂ ਹੋਇਆ ਸੀ। ਫਿਰ ਇਹ ਝੂਠੇ ਬੋਲੂ ਕਿ ਨਹੀਂ ਜੀ ਮੈਂ ਨਹੀਂ ਪਾਇਆ ਇਸ ਨੂੰ ਬਾਂਹ ਤੋਂ ਫੜ ਕੇ, ਕਿਉਂਕਿ ਉਹ ਤਾਂ ਹੁਣ ਤਾਂ ਵੀਡੀਓ 'ਚ ਆ ਗਿਆ। ਇਹ ਤਾਂ ਆਪੇ ਪੈ ਕੇ ਦਿਖਾ ਰਿਹਾ ਸੀ ਮੈਨੂੰ ਵੀ ਜਦੋਂ ਮੈਂ ਪੈ ਕੇ ਦਿਖਾਉਣਾ ਇਸ ਬੈੱਡ ਤੇ, ਫਿਰ ਇਹ ਝੂਠ ਬੋਲੂ। ਇਹ ਹੁਣ ਹੀ ਕਹੀ ਜਾਂਦੇ ਨੇ ਨਾ ਜੀ ਉਹਨੇ ਤਾਂ ਹੱਥ ਵੀ ਨਹੀਂ ਲਾਇਆ, ਸਾਹਮਣੇ ਹੱਥ ਲੱਗਿਆ ਵੀਡੀਓ 'ਚ ਦਿਖਦਾ। ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਨਾ ਫਿਰ ਇਹ ਤਾਂ ਗਰਮੀ ਨਹੀਂ ਰਹਿੰਦੀ ਯਾਰ। ਤੁਸੀਂ ਕਹੋ ਹਾਂ ਯਾਰ ਮੈਂ ਪਾਇਆ,
ਮੈਨੂੰ ਨਹੀਂ ਪਤਾ ਸੀ, ਇਹ ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਪਰ ਇਹ ਹੋ ਗਿਆ। ਸੋ ਇਹ ਜਿਹੜੀਆਂ ਗੱਲਾਂ ਨੇ, ਜਿਹੜਾ ਮਰੀਜ਼ਾਂ ਦਾ ਦਵਾਈਆਂ ਨਹੀਂ ਆ ਰਹੀਆਂ, ਕੋਈ ਕਿਹਨੇ ਲਿਆਉਣੀਆਂ ਨੇ ਦਵਾਈਆਂ? ਘਟੀਆ ਹਸਪਤਾਲ ਨੇ। ਮੈਂ ਤੁਹਾਨੂੰ ਹੁਣ ਦੱਸਦਾ, ਫਿਰ ਤੁਸੀਂ ਕਹਿੰਦੇ ਕੌਣ ਪੁੱਛੂਗਾ। ਇੱਕ ਹਸਪਤਾਲ 'ਚ ਬਾਥਰੂਮ ਦਾ ਪਾਣੀ ਬਾੜ 'ਚ ਆ ਜਾ ਕਰੇ। ਮੈਂ ਐਸੀ ਨੂੰ ਬੁਲਾ ਲਿਆ, ਮੈਂ ਕਿਹਾ ਮੈਂ ਇਹ ਤਾਂ ਸੁਣਿਆ ਸੀ ਵੀ ਵਾਰਡ ਦਾ ਪਾਣੀ ਬਾਥਰੂਮ ਚਲਾ ਜਾਵੇ, ਪਰ ਇਹ ਤਾਂ ਤੁਹਾਡੇ ਤੇ ਫਿਰ ਇੱਕ ਹੋਰ ਦਿਖਾਇਆ, ਮੈਂ ਕਿਹਾ ਆਹ ਦੇਖ ਲਓ, ਇੱਥੇ ਪਾਣੀ ਆਇਆ ਖੜ ਜਾਂਦਾ ਸਾਰੇ ਵਿਹੜੇ 'ਚ, ਇਹ ਮੁੜ ਕੇ ਐਮਰਜੈਂਸੀ ਦੇ ਅੰਦਰ ਚਲਾ ਜਾਂਦਾ। ਜੇ ਤੁਸੀਂ ਹੋਰ ਨਹੀਂ ਕਰ ਸਕਦੇ, ਇੱਥੇ ਬੰਨੀ ਤਾਂ ਬਣਾ ਦਿਓ ਇੱਕ ਛੋਟੀ ਜੀ, ਜਿਹਦੇ ਰਾਹੀਂ ਉਹ ਪਾਣੀ ਅੰਦਰ ਨਾ ਜਾਵੇ, ਐਮਰਜੈਂਸੀ ਦੇ ਭਿੱਜ ਕੇ ਨਾ ਜਾਣ ਲੋਕ। ਤੇ ਮੈਂ ਕਿਹਾ ਆ ਲਓ, ਆਹ ਕਹੇ ਜਿਹੇ ਗੰਦੇ ਨੇ, ਆਹ ਪਾਈਪ ਹੈ। ਮੈਂ ਕਿਹਾ ਇਹ ਰੋਜ਼ ਬੰਦ ਰਹਿੰਦਾ, ਕਿਉਂਕਿ ਮਰੀਜ਼ਾਂ ਦੇ ਰਿਸ਼ਤੇ ਕਦੇ ਸਬਜ਼ੀ ਸੁੱਟਤੀ, ਕਦੇ ਕੁਛ ਸੁੱਟਤਾ। ਇਹ ਇਸ ਕਰਕੇ ਰਾਈਟ ਐਂਗਲ ਤੇ ਹੈ, ਛੋਟਾ ਹੈ। ਮਰੀਜ਼ ਸੁੱਟਦੇ ਸੀ ਉਹਦੇ ਸਾਰਾ ਕੁਛ ਬੰਦ ਹੁੰਦਾ ਸੀ ਰੋਜ਼, ਉਹ ਅਸੀਂ ਰੋਜ਼ ਖੜਵਾਉਂਦੇ ਸੀ। ਮੈਂ ਕਿਹਾ ਇਹ 400 ਰੁਪਏ ਦਾ ਨਵਾਂ ਲੱਗ ਸਕਦਾ ਸਾਰਾ ਕੁਝ, ਤੁਸੀਂ ਇਹਨੂੰ ਨਹੀਂ ਠੀਕ ਕਰ ਸਕਦੇ। ਅਸੀਂ ਰੋਜ਼ ਲੋਕਾਂ ਦੇ ਟੱਟੀ ਪਿਸ਼ਾਬ ਦੇ ਰਸਤੇ ਬੰਦ ਹੁੰਦੇ ਨੇ, ਰੋਜ਼ ਹੀ ਆਪਰੇਸ਼ਨ ਕਰਕੇ ਠੀਕ ਕਰਦੇ। ਉਹਦਾ 400 ਚ ਨਹੀਂ ਮਿਲਦਾ ਨਾ ਟੱਟੀ ਪਿਸ਼ਾਬ ਦਾ ਰਸਤਾ, ਤਾਂ ਇਹ ਵੀ ਤਾਂ ਗੰਦ ਜਾਂਦਾ ਹੀ ਰਸਤਾ ਹੈ ਨਾ, ਇਹ ਤਾਂ ਉੱਥੋਂ ਠੀਕ ਨਹੀਂ ਹੁੰਦਾ। ਉਹ ਐਸੀ ਸੀ ਗੁਪਤਾ ਮੈਨੂੰ ਕਹਿੰਦਾ ਡਾਕਟਰ ਸਾਹਿਬ ਨਾਲੇ ਕਹੀ ਜਾਂਦੇ ਹੋ ਮੈਂ ਨਾਨ ਟੈਕਨੀਕਲ ਹਾਂ, ਨਾਲੇ ਮੇਰੇ ਭਿਉਂ ਕੇ ਜੁੱਤੀਆਂ ਮਾਰੀ ਜਾਂਦੇ ਹੋ। ਮੈਂ ਖਬਰ ਲਵਾਤੀ ਵੀ ਇਹ ਪਾਣੀ ਖੜਦਾ ਇੱਥੇ, ਜਿਹੜਾ ਕੋਈ ਮਰੀਜ਼ ਹਸਪਤਾਲ ਦੀ ਐਮਰਜੈਂਸੀ 'ਚ ਆਵੇ, ਉਹ ਕਿਸ਼ਤੀ ਲੈ ਕੇ ਨਾਲ ਆਵੇ। ਇੱਕ ਇੱਟ ਟੁੱਟ ਕੇ ਗਿਰ ਗਈ, ਮੈਂ ਖਬਰ ਲਵਾਤੀ ਵੀ ਇਹ ਹਸਪਤਾਲ ਦੇ ਵਿੱਚੋਂ ਇੱਟਾਂ ਟੁੱਟ ਕੇ ਗਿਰਦੀਆਂ ਨੇ, ਜੇ ਕੋਈ ਇੱਥੇ ਆਵੇ ਐਮਰਜੈਂਸੀ 'ਚ ਤਾਂ ਲੋਟੋ ਪਹਿਨ ਕੇ ਆਵੇ। ਮੈਨੂੰ ਸੈਕਟਰੀ ਨੇ ਬੁਲਾ ਲਿਆ, ਵੀ ਕੀ ਕਰਿਆ? ਮੈਂ ਤੈਨੂੰ ਚਾਰਜ ਸ਼ੀਟ ਕਰ ਦੇਣਾ। ਮੈਂ ਕਰ ਦੋ, ਮੈਂ ਸਾਡੀ ਤਾਂ ਡਿਊਟੀ ਹੈ ਮਰੀਜ਼ਾਂ ਨੂੰ ਅਗਾਹ ਕਰਨਾ ਵੀ ਭਾਈ ਮਲੇਰੀਆ ਫੈਲ ਰਿਹਾ, ਇਹਦਾ ਧਿਆਨ ਰੱਖੋ। ਹੁਣ ਇੱਥੇ ਪਾਣੀ ਖੜਾ ਤੇ ਮੈਂ ਦੱਸਣਾ ਲੋਕਾਂ ਨੂੰ ਵੀ ਭਾਈ ਪਾਣੀ ਖੜਾ, ਮੈਂ ਹਸਪਤਾਲ ਦਾ ਇੰਚਾਰਜ ਹਾਂ ਤੇ ਤੁਸੀਂ ਆਪਣੀ ਕੋਈ ਕਿਸ਼ਤੀ ਲੈ ਕੇ ਆਇਓ, ਇੱਥੇ ਤਾਂ ਪਾਣੀ ਖੜਾ। ਇਹ ਤਾਂ ਮੇਰਾ ਦੱਸਣਾ ਡਿਊਟੀ ਬਣਦੀ ਹੈ, ਪਾਣੀ ਤਾਂ ਮੈਂ ਨਹੀਂ ਕੱਢ ਸਕਦਾ, ਪਰ ਦੱਸਣਾ ਤਾਂ ਮੇਰੀ ਡਿਊਟੀ ਹੈ। ਹਸਪਤਾਲ 'ਚ ਇੱਟ ਗਿਰੀ ਜਾਂਦੀ ਹੈ ਉੱਤੇ, ਮੈਂ ਮਰੀਜ਼ ਦੇ ਸਾਹਮਣੇ ਗਿਰੀ ਆ। ਮੈਂ ਕਿਹਾ ਕਿ ਇਹ ਤਾਂ ਮੇਰੀ ਦੱਸਣ ਦੀ ਡਿਊਟੀ ਹੈ ਵੀ ਭਾਈ ਉੱਥੇ ਤਾਂ ਇੱਟਾਂ ਗਿਰਦੀਆਂ ਨੇ, ਤੁਸੀਂ ਕਿਹਨੂੰ ਦੱਸਦੇ ਨਹੀਂ? ਇਹਨਾਂ ਤੋਂ ਪੁੱਛ ਲਓ, ਇਹਨਾਂ ਨੇ ਕਦੇ ਦੱਸਿਆ ਹੋਵੇ? ਇਹ ਤਾਂ ਉਦੋਂ ਬੋਲਦੇ ਨੇ ਜਦ ਇਹਨਾਂ ਦੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਮਾੜਾ ਮੋਟਾ। ਅਸੀਂ ਰੋਜ਼ ਇਹੀ ਕੁਝ ਦੇਖਦੇ ਹਾਂ, ਇਹ ਕੋਈ ਐਂ ਨਹੀਂ ਆ ਵੀ ਐਵੇਂ ਅਸੀਂ ਕਹੀ ਜਾਂਦੇ ਹਾਂ। ਸੋ ਮਰੀਜ਼ਾਂ ਦਾ ਠੀਕ ਕਰਨ ਵਾਸਤੇ ਜਿਹੜੇ ਡਾਕਟਰ ਗੈਰ ਹਾਜ਼ਰ ਨੇ, ਜਿਹੜੇ ਗਲਤ ਕੰਮ ਕਰਦੇ ਨੇ, ਜਿਨ੍ਹਾਂ ਦੀ ਲੋੜ ਨਹੀਂ ਫਾਲਤੂ ਲਾ ਰਹੇ ਨੇ, ਇਹ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰੀ ਜਾਂਦੇ ਨੇ, ਜਾ ਕੇ ਨਰਸਿੰਗ ਹੋਮਾਂ 'ਚ ਆਪਰੇਸ਼ਨ ਕਰਦੇ ਨੇ, ਉਹਨਾਂ ਨੂੰ ਦਿਓ ਸਜ਼ਾ। ਕਿਉਂ ਨਹੀਂ ਦਿੰਦੇ? ਕਿਉਂਕਿ ਉਹ ਤੁਹਾਡੇ ਭਾਈ ਭਤੀਜੇ ਨੇ, ਉਹ ਤੁਹਾਡੇ ਨਾਲ ਮਿਲੇ ਹੋਏ ਨੇ। ਮੈਨੂੰ ਕਹਿਣਾ ਨਹੀਂ ਚਾਹੀਦਾ, ਹਰ ਇੱਕ ਨੇ ਆਪਦਾ ਸੈੱਟ ਕਰਿਆ ਹੁੰਦਾ ਪ੍ਰੋਗਰਾਮ। ਇੱਕ ਹੋਰ ਦੱਸ ਦਿੰਦਾ ਮੈਂ ਤੁਹਾਨੂੰ, ਗੱਲਾਂ ਕਹਿੰਦੇ ਨੇ ਇਹ, ਇਹਨਾਂ 'ਚੋਂ ਇੱਕ ਤੋਂ ਕਹਾ ਕੇ ਦਿਖਾਇਓ, ਜਿਹੜੇ ਮਰਜ਼ੀ ਮਹਿਕਮੇ 'ਚ ਚਲੇ ਜਾਓ। ਸਾਡੀ ਮੰਤਰੀਆਂ ਮੀਟਿੰਗ ਸੀ, ਅਸੀਂ ਕਿਹਾ ਵੀ ਇਹ ਦਵਾਈਆਂ ਘਟੀਆ, ਮੈਂ ਇਹ ਲਫ਼ਜ਼ ਵਰਤਿਆ, ਮੈਂ ਜੀ ਲੋਕ ਨਾ ਤੰਗ ਹੁੰਦੇ ਨੇ ਕਿਸੇ ਤੋਂ, ਉਹਦੀ ਲੱਤ ਵੱਢ ਦਿੰਦੇ ਨੇ ਤੇ ਅਸੀਂ ਬੰਦਾ ਮਾਰ ਦਿੰਦੇ, ਸਾਨੂੰ ਤਾਂ ਕੋਈ ਸਜ਼ਾ ਨਹੀਂ ਹੁੰਦੀ। ਉਹ ਮੰਤਰੀ ਕਹਿੰਦੇ ਕਿਵੇਂ? ਮੈਂ ਕਿਹਾ ਜੇ ਦਵਾਈਆਂ ਘਟੀਆ ਹੁੰਦੀਆਂ ਨੇ, ਜਾਂ ਰਿਐਕਸ਼ਨ ਕਰ ਜਾਂਦੀਆਂ ਨੇ, ਜਾਂ ਅਸਰ ਨਹੀਂ ਕਰਦੀਆਂ, ਬੰਦਾ ਤਾਂ ਮਰ ਹੀ ਜਾਂਦਾ। ਹੋਏ ਤਾਂ ਅਸੀਂ ਕਾਤਲ ਹੀ। ਸੈਕਟਰੀ ਬੜਾ ਆਖੜ ਸੀ, ਉਹ ਸਮਝਦਾ ਸੀ ਮੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਜਿਵੇਂ ਮੰਤਰੀ ਆਖੜ। ਮੈਨੂੰ ਕਹਿੰਦਾ ਦਵਾਈਆਂ ਕੌਣ ਖਰੀਦਦਾ? ਮੈਂ ਵੈਸੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ, ਅਸੀਂ ਗੱਲ ਮੰਤਰੀ ਸਾਹਿਬ ਨਾਲ ਕਰ ਰਹੇ ਹਾਂ, ਕਿਉਂਕਿ ਮੈਂ ਤਾਂ ਬੋਲਣੋਂ ਹਟਦਾ ਨਹੀਂ। ਸੈਕਟਰੀ ਦਾ ਕੀ ਮਤਲਬ ਮੈਨੂੰ ਸਵਾਲ ਪੁੱਛਣ ਦਾ? ਸੈਕਟਰੀ ਮੰਤਰੀ ਨੂੰ ਕਹੇ ਕਿ ਜੀ ਇਹਨਾਂ ਨੇ ਇਹ ਪੁੱਛੋ ਦਵਾਈਆਂ ਖਰੀਦਦਾ ਕੌਣ ਹੈ। ਵੈਸੇ ਤਾਂ ਸੈਕਟਰੀ ਨੂੰ ਖੁਦ ਹੀ ਪਤਾ ਹੋਣਾ ਚਾਹੀਦਾ। ਸੈਕਟਰੀ ਕਾਹਦਾ ਹੋ ਜੇ ਉਹਨੂੰ ਇਹੀ ਨਹੀਂ ਪਤਾ, ਫਿਰ ਉਹ ਉੱਥੇ ਚੌਧਰ ਕਰਨ ਵਾਸਤੇ ਲੱਗੇ। ਮੈਂ ਕਿਹਾ ਕੁਝ ਤਾਂ ਸਿਵਲ ਸਰਜਨ ਖਰੀਦਦੇ ਨੇ, ਕੁਝ ਡਾਇਰੈਕਟਰ ਖਰੀਦਦਾ, ਕੁਝ ਤੁਸੀਂ ਖਰੀਦਦੇ ਹੋ ਮਸ਼ੀਨਰੀ ਇਕਵਿਪਮੈਂਟ ਦੇ ਨਾਂ ਤੇ, ਸਾਰਾ ਘਟੀਆ। ਫਿਰ ਮੈਨੂੰ ਕਹਿੰਦਾ ਕਿਹੜਾ ਸਿਵਲ ਸਰਜਨ ਕਰਪਟ ਹੈ? ਉਦੋਂ 12 ਜ਼ਿਲ੍ਹੇ ਸੀ ਪੰਜਾਬ ਦੇ। ਮੈਂ ਇਹ ਨਾ ਪੁੱਛੋ ਕਿਹੜਾ ਕਰਪਟ ਹੈ, ਇਹ ਪੁੱਛੋ ਕਿਹੜਾ ਨਹੀਂ ਕਰਪਟ। ਕਿਸੇ ਇੱਕ ਯੂਨੀਅਨ ਤੋਂ ਕਹਾ ਕੇ ਦਿਓ, ਇਹ ਯੂਨੀਅਨ ਦੀ ਮੀਟਿੰਗ 'ਚ ਹੈ, ਇੱਕ ਯੂਨੀਅਨ ਤੋਂ ਕਹਾ ਕੇ ਦਿਖਾਓ, ਕਹਾਓ ਨਾ ਬਿਹਾਰ ਸੀ ਕਰਪਟ। ਮੈਂ ਕਿਹਾ ਇੱਕ, ਕਹਿੰਦਾ ਕਿਵੇਂ? ਮੈਂ ਜਿਹੜਾ ਵੱਡਾ ਜਿਹੜਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਉਹ 7 ਲੱਖ ਰੁਪਇਆ ਮਹੀਨਾ ਬਣਾਉਂਦਾ। ਜਿਹੜਾ ਉਦੋਂ ਛੋਟਾ ਜਿਹੜਾ ਸੰਗਰੂਰ, ਬਠਿੰਡਾ, ਉਹਦਾ 5 ਲੱਖ ਬਣਾਉਂਦਾ। ਜਿਹੜਾ ਕਪੂਰਥਲਾ, ਰੋਪੜਾ ਹੈ, ਇਹ ਮੈਂ ਕਿਹਾ 2-3 ਲੱਖ ਰੁਪਇਆ ਬਣਾਉਂਦਾ। ਦੂਜਿਆਂ ਤੋਂ ਪੈਸੇ, ਹਲਵਾਈਆਂ ਤੋਂ। ਫਿਰ ਇਹ ਸਾਰਾ ਕੁਝ ਆਈਐਸਾਂ ਨੇ ਇਹਨਾਂ ਨੂੰ ਸੁਣ ਕੇ ਸਾਤੋਂ ਇਹਨਾਂ ਨੇ ਆਪਦੇ ਕਬਜ਼ੇ 'ਚ ਲੈ ਲਿਆ। ਹੁਣ ਫੂਡ ਦਾ ਕੰਟਰੋਲ ਵੀ ਇਹਨਾਂ ਕੋਲ ਹੈ।
ਫੌਜੀਆਂ ਤੋਂ ਵੀ ਪੈਸੇ ਇਹੀ ਲੈਂਦੇ ਨੇ, ਹਲਵਾਈਆਂ ਤੋਂ ਵੀ ਇਹੀ ਲੈਂਦੇ ਨੇ, ਕਰਿਆਨੇ ਵਾਲਿਆਂ ਤੋਂ ਵੀ ਇਹੀ ਲੈਂਦੇ ਨੇ। ਹੁਣ ਡਰੱਗ ਦਾ ਵੀ ਕੰਟਰੋਲ ਇਹਨਾਂ ਕੋਲ ਹੈ, ਕੈਮਿਸਟਾਂ ਤੋਂ ਵੀ ਇਹੀ ਲੈਂਦੇ ਨੇ, ਨਸ਼ੇ ਵਿਕਾਉਣ ਦੇ ਪੈਸੇ ਵੀ ਇਹੀ ਲੈਂਦੇ ਨੇ। ਹੁਣ ਜਿਹੜੇ ਕੈਮੀਕਲ ਲੈਬੋਰਟਰੀ ਹੈ ਜਿੱਥੇ 25-26 ਦਾ ਉੱਥੇ ਵੀ ਹਾਂ ਜੀ ਜ਼ਹਿਰ ਦਿੱਤੀ ਹੈ ਜਾਂ ਨਹੀਂ ਦਿੱਤੀ, ਉਹ ਵੀ ਇਹਨਾਂ ਨੇ ਕਬਜ਼ੇ 'ਚ ਲੈ ਲਈ, ਉਹਦਾ ਵੀ ਹੁਣ ਇਹੀ ਫੈਸਲਾ ਕਰਦੇ ਨੇ। ਕਰ ਲੈਣ ਲੋਕ, ਨਾ ਪੁੱਛ ਲੈਣ, ਲੋਕ ਪੁੱਛ ਲੈਣ ਵੀ ਤੁਹਾਨੂੰ ਦਵਾਈਆਂ ਦਾ ਇਹਦਾ ਕੁੱਕੜ ਪਤਾ ਨਹੀਂ, ਤੁਸੀਂ ਖਰੀਦਣ 'ਚ ਚੌਧਰੀ ਕਿਉਂ ਬਣੇ ਹੋਏ ਹੋ ਬਈ? ਤੁਹਾਨੂੰ ਸਮਾਨ ਦਾ ਇਹਦਾ ਕੁੱਕੜ ਪਤਾ ਨਹੀਂ, ਤੁਹਾਨੂੰ ਤਾਂ ਪਤਾ ਨਹੀਂ ਵੀ ਇਹ ਸਮਾਨ ਕਿਵੇਂ ਆਊਗਾ। ਸੋ ਇਹ ਸੁਖਵਿੰਦਰ ਜੀ ਉਂਗਲ ਕਰਨੀ ਬੜੀ ਸੌਖੀ ਹੈ। ਸਵਾਲ ਇਹ ਹੈ ਤੁਸੀਂ ਸੁਧਾਰਨਾ, ਪਹਿਲਾਂ ਤੁਸੀਂ ਆਪਦੇ ਮਹਿਕਮੇ ਨੂੰ ਸਮਝੋ ਵੀ ਹੈ ਕੀ। ਮੈਂ ਅਨਪੜ੍ਹ ਬੰਦਿਆਂ ਨੂੰ ਦੇਖਿਆ, ਜੇ ਪਾਣੀ ਸਾਹਮਣੇ ਖੜਾ ਹੋਵੇ, ਪਰ ਚਾਂਸ ਪਾਣੀ ਸਾਹਮਣੇ ਆ ਗਿਆ, ਫਿਰ ਉਹ ਦੇਖਦੇ ਨਹੀਂ ਵੀ ਇੱਥੋਂ ਰਸਤਾ ਲੰਘਣ ਦਾ ਕੀ। ਉਹ ਐਂ ਨਹੀਂ ਵੀ ਉਹੀ ਤੁਰ ਪਏ ਨਾਲ ਹੀ, ਉਹਦੀਆਂ ਆਦਤਾਂ ਦੇਖਦੇ ਨੇ ਵੀ ਆਪਾਂ ਇੱਧਰ ਹੀ ਲੰਘ ਸਕਦੇ ਹਾਂ, ਜਾਂ ਉਹ ਲੱਕੜ ਪਈ ਹੈ ਇੱਥੇ ਰੱਖ ਲਈ ਤਾਂ ਲੰਘ ਸਕਦੇ। ਅਨਪੜ੍ਹ ਬੰਦੇ ਤਾਂ ਯਾਰ ਜਿਹੜੇ ਤੁਰੇ ਜਾਂਦੇ ਨੇ ਉਹ ਤਾਂ ਐਂ ਮੌਕੇ ਤੇ ਦੇਖ ਲੈਂਦੇ ਨੇ। ਇਹ ਮੰਤਰੀ ਆਫਟਰ ਆਲ, ਇੰਨਾ ਤਾਂ ਇਹਨੂੰ ਪਤਾ ਹੀ ਹੋਣਾ ਚਾਹੀਦਾ ਵੀ ਯਾਰ ਮੈਂ ਤਾਂ ਦੇਖਦਾ ਵੀ ਗੱਲ ਕੀ ਹੈ। ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ ਹੋ। ਮੈਂ ਤੁਹਾਨੂੰ ਆਖਾਂ ਵੀ ਤੁਸੀਂ ਆਹ ਚੈਨਲ ਜਿਹਾ ਚਲਾਈ ਜਾਂਦੇ ਹੋ, ਹੈ ਘਰੇ ਬੈਠ ਕੇ ਚਲਾ ਲੈਂਦੇ ਹੋ, ਤੁਸੀਂ ਆਹ CNN ਦੀ ਤਰ੍ਹਾਂ ਕਿਉਂ ਨਹੀਂ ਕਰਦੇ? ਦੱਸੋ ਮੈਨੂੰ, ਤੁਹਾਡੇ ਕੋਲ ਹੋਏਗਾ ਜਵਾਬ? ਮੈਂ ਕਹਾਂ ਤੁਹਾਡੀ ਤਾਂ ਯਾਰ ਸਾਊਂਡ ਹੀ ਨਹੀਂ ਠੀਕ ਆਉਂਦੀ, ਇਹਦੀ ਕੀ ਲੋੜ ਹੈ ਬਈ? ਜਿੰਨੇ ਕੁ ਤੁਹਾਡੇ ਕੋਲ ਪੈਸੇ ਨੇ, ਜਿੰਨਾ ਕੁ ਤੁਹਾਡੇ ਕੋਲ ਮੈਨ ਪਾਵਰ, ਤੁਸੀਂ ਉਹੀ ਜਿਹੀ ਚਲਾਓਗੇ। ਮੈਨੂੰ ਨਹੀਂ ਚੰਗਾ ਲੱਗਦਾ, ਮੈਂ ਨਾ ਤੁਹਾਡੇ ਤੇ ਗੱਲ ਕਰਿਆ ਕਰਾਂ। ਤੁਸੀਂ 5 ਸਟਾਰ ਹੋਟਲ, ਤੁਹਾਨੂੰ ਇਹ ਪਤਾ ਵੀ MBBS ਦੀ ਤਨਖਾਹ ਦੇ ਕੇ MD ਡਾਕਟਰ ਮੰਗਦੇ ਨੇ ਇਹ? ਪੁੱਛੋ ਇਸ ਮਿਨਿਸਟਰ ਨੂੰ, ਇਸ ਮਿਨਿਸਟਰ ਨੂੰ ਪੁੱਛੋ ਵੀ ਦੁਨੀਆ 'ਚ ਕਿਤੇ ਸੁਣਿਆ ਵੀ ਕੁਆਲੀਫਿਕੇਸ਼ਨ ਉੱਚੀ ਚਾਹੀਦੀ ਹੈ ਤੇ ਤਨਖਾਹ ਦੇਣੀ ਹੈ ਥੱਲੇ ਵਾਲੀ। ਇਹਨਾਂ ਨੂੰ ਕਹੋ ਵੀ ਤੁਹਾਨੂੰ ਮੰਤਰੀ ਦੀ ਤਨਖਾਹ ਨਹੀਂ ਲੈਣੀ ਚਾਹੀਦੀ, MLA ਲਈ ਲਿਆ ਕਰੋ, ਲੈਣਗੇ। ਮੰਤਰੀ ਵਾਲੀ ਕੋਠੀ ਨਹੀਂ ਲੈਣੀ, MLA ਦੇ ਫਲੈਟ 'ਚ ਰਹੋ, ਕਹੋ ਇਹਨਾਂ ਨੂੰ। ਕਰੇ ਨਾ ਇਹ। ਡਾਕਟਰਾਂ 'ਚ ਇਹ ਹੈ ਵੀ ਚਾਹੀਦਾ MD MS ਹੈ, ਤਨਖਾਹ MBBS ਵਾਲੀ ਹੈ, ਕਢਾ ਲਓ। ਪੁੱਛੋ ਮੰਤਰੀ ਨੂੰ ਵੀ ਤੈਨੂੰ ਪਤਾ, ਕਿਉਂਕਿ ਤੂੰ ਉਹਨਾਂ ਨੂੰ MD MS ਨੂੰ ਤਨਖਾਹ ਜਿਹੜੀ ਹੈ MBBS ਵਾਲੀ ਦੇ ਰਿਹਾ, ਹਾਲਾਂਕਿ ਉਹਨਾਂ ਦਾ ਟਾਈਮ ਵੀ ਜ਼ਿਆਦਾ ਲਾਇਆ। ਤੂੰ ਬਣਿਆ ਮੰਤਰੀ, ਪਰ MLA ਨਾਲ ਫਲਾਈਟ 'ਚ ਰਹੇ ਨਾ, ਫਿਰ MLA ਵਾਲੇ ਹੋਸਟਲ 'ਚ ਰਹੇ ਨਾ, ਕਿਉਂਕਿ ਮੰਤਰੀ ਨੂੰ ਫਿਰ ਕੀ ਹੋ ਗਿਆ ਜੇ ਤੂੰ ਮੰਤਰੀ ਹੈ? ਤੂੰ ਮੰਤਰੀ ਹੈ, ਤੂੰ ਸਿਕਿਉਰਿਟੀ MLA ਜੀ ਨਹੀਂ ਲੈ, ਦੂਜੀ ਕਿਉਂ ਲੈਣਾ? ਤੂੰ ਗੱਡੀ ਵੀ ਉਹੀ ਰੱਖ, ਤੂੰ ਤਨਖਾਹ ਵੀ MLA ਦੀ ਲੈ, ਕਿਉਂਕਿ ਡਾਕਟਰਾਂ ਨੂੰ ਤੇਰਾ ਮਹਿਕਮਾ ਹੈ, ਤੇਰੇ ਮਹਿਕਮੇ 'ਚ ਤੂੰ MD ਡਾਕਟਰਾਂ ਨੂੰ MBBS ਦੀ ਤਨਖਾਹ ਦੇ ਰਿਹਾ, ਫਿਰ ਤੂੰ ਵੀ ਐਂ ਕਰ ਵੀ ਮੈਂ ਤਾਂ ਜੀ MLA ਵਾਲੀ ਲਊਂਗਾ ਸਾਰਾ ਕੁਝ, ਮੈਂ ਉਹ ਸਾਰਾ ਨਹੀਂ ਲੈਂਦਾ। ਦੱਸ ਦਿਓ ਮੈਨੂੰ, ਇਹ ਪਤਾ? ਤੁਹਾਨੂੰ ਪਤਾ ਸੀ ਇਸ ਦਾ? ਜਿਹੜਾ ਮੈਂ ਤੁਹਾਨੂੰ ਸਵਾਲ ਕਰ, ਤੁਹਾਨੂੰ ਪਤਾ ਸੀ? ਪੰਜਾਬ ਦੇ ਜਿਹੜੇ ਫੇਸਬੁੱਕੀ ਪਹਿਲਵਾਨ ਰੌਲਾ ਪਾਉਂਦੇ ਨੇ ਉਹਨਾਂ ਨੂੰ ਪਤਾ ਸੀ? ਵਾਈਸ ਚਾਂਸਲਰ ਮਾੜਾ ਹੈ, ਇਹ 'ਚ ਕੋਈ ਸ਼ੱਕ ਨਹੀਂ, ਉਹਨੂੰ ਪ੍ਰਬੰਧ ਨਹੀਂ ਆਉਂਦਾ, ਮਾੜਾ ਇਨ ਦੀ ਸੈਂਸ, ਪਰ ਕਾਤਲ ਦੇ ਵੀ ਤੁਸੀਂ ਐਂ ਗੋਲੀ ਨਹੀਂ ਮਾਰ ਸਕਦੇ। ਸੋ ਇਹਨਾਂ ਦੀ ਡਿਊਟੀ ਬਣਦੀ ਸੀ ਮਹਿਕਮੇ ਨੂੰ ਸਟੱਡੀ ਕਰਦੇ। ਮੈਂ ਕਹਿਣ ਨੂੰ ਤਿਆਰ ਹਾਂ, ਤੁਸੀਂ ਸੁਣਿਆ ਵੀ ਰੋਜ਼ BJP ਦੇ ਮੈਂ ਕ੍ਰਿਟਿਸਿਜ਼ਮ ਕਰਦਾ। ਸਾਡੇ ਮਹਿਕਮੇ 'ਚ BJP ਦੇ ਮੰਤਰੀਆਂ ਨੂੰ ਇਹ ਮਹਿਕਮੇ ਮਿਲਦੇ ਸੀ ਹਮੇਸ਼ਾ ਹੀ। ਇੱਕ ਵਾਰੀ ਰਜਿੰਦਰ ਕੌਰ ਭੱਠਲ ਜੀ ਨੂੰ ਮਿਲਿਆ ਸੀ, ਇੱਕ ਵਾਰੀ ਡੋਗਰਾ ਸਾਹਿਬ ਨੂੰ ਮਿਲਿਆ ਸੀ, ਤੇ ਉਹਨਾਂ ਦਾ ਤਾਂ ਖੈਰ ਕੋਈ ਕਮਾਲ ਹੀ ਸੀ ਜਿਹੜੇ ਰਜਿੰਦਰ ਕੌਰ ਭੱਠਲ ਜੀ ਤੇ ਡੋਗਰਾ ਸਾਹਿਬ ਦਾ ਸੀ। ਇਹਦਾ ਤਾਂ ਮੈਂ ਨਹੀਂ ਕਦੇ ਇਹੋ ਜਿਹੇ ਮੰਤਰੀ ਦੇਖੇ ਜਿਹੜੇ ਅਸੀਂ ਬਦਲੀਆਂ ਦਾ ਕਹਿਣਾ ਡਾਕਟਰ ਸਾਹਿਬ ਤੁਹਾਨੂੰ ਪਤਾ ਕਿਹੜਾ ਬੰਦਾ ਕਿੱਥੇ ਲੱਗਣਾ ਚਾਹੀਦਾ ਹੈ, ਅਸੀਂ ਤਾਂ ਦਸਤਖਤ ਹੀ ਕਰਨੇ ਨੇ, ਤੁਸੀਂ ਲਿਸਟ ਬਣਾ ਲਿਓ ਅਸੀਂ ਦਸਤਖਤ ਕਰ ਦਾਂਗੇ। ਮੈਂ ਤਾਂ ਕਦੇ ਇਹੋ ਜਿਹੇ ਮੰਤਰੀ ਸੁਣੇ। ਇੱਕ ਵਾਰੀ ਮੈਂ ਮੰਤਰੀ ਜੀ ਨੂੰ ਕਿਹਾ, ਮੈਂ ਜੋ ਅਸੀਂ ਆ ਜਾਵਾਂਗੇ ਤੁਹਾਡੇ ਕੋਲ, ਡਾਕਟਰ ਸਾਹਿਬ ਮੈਂ ਸੈਕਟਰੀ ਦੇ ਦਫ਼ਤਰ ਆ ਜਾਊਂਗਾ, ਤੁਸੀਂ ਇੰਨੇ ਬੰਦੇ ਆਓਗੇ, ਮੈਂ ਤਾਂ ਇਕੱਲੇ ਆਉਣਾ। ਇੱਕ ਵਾਰੀ ਮੰਤਰੀ ਨੇ ਕਿਨੇ ਮੈਨੂੰ ਕਿਹਾ ਵੀ ਇਹ ਤਾਂ ਮੇਰੀ ਨੂੰਹ ਨੇ ਕਿਹਾ ਇਹ ਬਦਲੀ ਕਰ ਦਿਓ, ਮੈਡੀਕਲ ਕਾਲਜ 'ਚ ਕਰਨੀ ਸੀ, ਫਰੀਦਕੋਟ 'ਚ ਕਰਨੀ ਸੀ, ਇਹ ਵੀ ਤੁਹਾਨੂੰ ਦੱਸ ਦਿੰਦਾ। ਉਹ ਮੈਂ ਕਿਹਾ ਜੀ ਇੱਥੋਂ ਉੱਥੇ ਤਾਂ ਸਾਡੇ ਕੋਲ ਟੀਚਰ ਹੀ ਮਸਾਂ ਇੱਕ ਤਾਂ ਟੀਚਰ ਹੈ ਇਹ ਹੈਡ, ਤੇ ਇਹਨੂੰ ਬਦਲ ਦਾਂਗੇ ਆਪਾਂ ਤੇ ਇਹ ਤਾਂ ਕੰਮ ਖਰਾਬ ਹੋ ਜਾਊਗਾ, ਨਾਲ ਦੂਜੇ ਪਾਸੇ ਆਪਾਂ ਨੂੰ ਲੋੜ ਨਹੀਂ ਉੱਥੇ ਐਵੇਂ, ਇਹਦਾ ਮਤਲਬ ਫਿਰ ਉਹਨੂੰ ਤਨਖਾਹ ਦੇਣੀ ਹੈ। ਉਹ ਮੈਨੂੰ ਕਹਿੰਦੇ ਮੇਰੀ ਨੂੰਹ ਰਾਣੀ ਨੇ ਮੈਨੂੰ ਰੋਟੀ ਨਹੀਂ ਦੇਣੀ। ਮੈਂ ਜੀ ਰੋਟੀ ਕਦੇ ਨਾ ਕਰਦੀਆਂ ਨੇ ਨੂੰਹ ਰਾਣੀਆਂ? ਉਹਨਾਂ ਕਹਿੰਦੀ ਕੋਈ ਨਹੀਂ 6 ਮਹੀਨੇ ਦੇਖਾਂਗੇ, ਕਿਉਂਕਿ ਮੈਨੂੰ ਪਤਾ ਸੀ 6 ਮਹੀਨਿਆਂ ਨੂੰ ਦੂਜੀ ਨੇ ਰਿਟਾਇਰ ਹੋ ਜਾਣਾ, ਅਸੀਂ ਉਦੋਂ ਬਦਲ ਦਾਂਗੇ ਉੱਥੇ। ਇਹ ਗੱਲਾਂ ਅਸੀਂ ਰੋਜ਼ ਦੇਖੀਆਂ ਨੇ, ਅਸੀਂ ਮੰਤਰੀ ਦੇਖੇ ਨੇ, ਅਸੀਂ ਮੰਤਰੀਆਂ ਨਾਲ ਡੀਲ ਕਰਿਆ। BJP ਦੇ ਮੰਤਰੀ ਸਭ ਤੋਂ ਜ਼ਿਆਦਾ ਆਕੜ ਹੁੰਦੇ ਸੀ। ਅੱਜ ਤੱਕ ਕਿਸੇ BJP ਦੇ ਮੰਤਰੀ ਨੇ ਮੈਨੂੰ ਓਏ ਵੇ ਨਹੀਂ ਕਰੀ, ਮੈਨੂੰ ਸ਼ੋਅ ਕਾਜ਼ ਨੋਟਿਸ ਦਿੱਤੇ ਹੋਣਗੇ, ਮੇਰੀਆਂ ਇਨਕੁਆਇਰੀਆਂ ਕਰਾਈਆਂ ਹੋਣਗੀਆਂ, ਪਰ ਮੈਨੂੰ ਓਏ ਵੇ ਨਹੀਂ ਕਿਹਾ, ਮੈਨੂੰ ਤੂੰ ਕਹਿ ਕੇ ਗੱਲ ਨਹੀਂ ਕਰੀ। ਬਾਂਹ ਤੋਂ ਫੜ ਕੇ ਪਾਉਣ ਦੀ ਤਾਂ ਗੱਲ ਹੀ ਛੱਡੋ, ਮੈਨੂੰ ਕਦੇ ਆ ਕੇ ਕੁਰਸੀ ਤੋਂ ਨਹੀਂ ਉਠਾਤਾ। ਸੋ ਮੈਂ ਤਾਂ ਕਹਿਣਾ ਵੀ ਹਮੇਸ਼ਾ ਕੰਮ ਦਾ ਇੱਕ ਤੌਰ ਤਰੀਕਾ ਹੈ।
ਇਹ ਪਹਿਲਾ ਮੰਤਰੀ ਮੈਂ ਦੇਖਿਆ ਜਿਹਨੇ ਇੱਕ ਵਾਈਸ ਚਾਂਸਲਰ, ਕਿਉਂਕਿ ਇਹਨੂੰ ਪਤਾ ਨਹੀਂ ਵੀ ਵਾਈਸ ਚਾਂਸਲਰ ਹੁੰਦਾ ਕੀ ਹੈ। ਕਾਲੀਆ ਸਾਹਿਬ ਮੰਤਰੀ ਸੀਗੇ ਬੀਜੇਪੀ ਦੇ, ਮੇਰੇ ਨਾਲ ਭੋਰਾ ਨਹੀਂ ਬਣਦੀ ਸੀ ਉਹਨਾਂ ਦੀ, ਮੈਨੂੰ ਪਤਾ ਨਹੀਂ ਕਿੰਨੇ ਸ਼ੋਕਾਜ਼ ਨੋਟ ਦਿੱਤੇ ਹੋਣਗੇ ਉਹਨਾਂ ਨੇ, ਤੇ ਇਹਦੇ ਬਾਵਜੂਦ ਇਹ ਹੋਇਆ ਕਿ ਉਹਨਾਂ ਨੇ ਮੈਨੂੰ ਕਦੀ ਕੁਛ ਨਹੀਂ ਕਿਹਾ ਸੀ ਆਪ। ਠੀਕ ਆ, ਝੂਠੀਆਂ ਸ਼ਿਕਾਇਤਾਂ ਕਰਵਾ ਲੈਣੀਆਂ, ਫਿਰ ਮੇਰੀ ਉਹ ਕਰ ਦੇਣੀ, ਮੈਂ ਇਹਨੂੰ ਕਦੀ ਜਵਾਬ ਦੇ ਜਾਵਾਂ, ਕਿਉਂਕਿ ਚਾਹੇ ਸ਼ਿਕਾਇਤ ਝੂਠੀ ਹੈ ਚਾਹੇ ਸੱਚੀ ਹੈ, ਉਹਦਾ ਜਵਾਬ ਤਾਂ ਸਾਨੂੰ ਦੇਣਾ ਹੀ ਪਏਗਾ। ਅਸੀਂ ਜਵਾਬ ਦੇ ਦਿੰਦੇ ਸੀ ਆਪਦੇ ਤਰੀਕੇ ਨਾਲ, ਪਰ ਉਹਨਾਂ ਨੇ ਕਦੇ ਫੋਨ ਕਰਕੇ ਜਾਂ ਹੋਰ ਮੈਨੂੰ ਨਹੀਂ ਕਦੇ ਪੁੱਠਾ ਬੋਲੇ ਸੀ। ਐਵੇਂ ਮੈਂ ਕਹਿੰਦਾ ਤੀਕਸ਼ਣ ਸੂ ਸੀਗੇ, ਉਹਨਾਂ ਨੇ ਨਹੀਂ ਕਦੇ ਪੁੱਠਾ ਬੋਲਿਆ ਸੀ, ਹਾਲਾਂਕਿ ਸਾਡੀ ਤਾਂ ਬਣੀ ਹੋਈ ਨਹੀਂ ਕਦੇ ਇਹਨਾਂ ਨਾਲ। ਤਾਂ ਮੈਂ ਕਹਿਣਾ ਵੀ ਮੰਤਰੀ ਅਸੀਂ ਇੱਕ ਨਹੀਂ ਦੇਖਿਆ, ਅਸੀਂ ਤਾਂ ਕਿੰਨੀ ਦੇਖੇ, ਤਾਂ ਪਹਿਲੀ ਵਾਰੀ ਮੰਤਰੀ ਬਣੇ ਨੇ, ਤਾਂ ਮੰਤਰੀਆਂ ਨਾਲ ਡੀਲ ਕਰਿਆ, ਸਾਰਿਆਂ ਨਾਲ, ਚੰਗੇ ਨਾਲ ਵੀ ਕਰਿਆ, ਮਾੜਿਆਂ ਨਾਲ ਵੀ ਕਰਿਆ, ਅੱਖੜ ਨਾਲ ਵੀ ਕਰਿਆ। ਅੱਖੜ ਦਾ ਵੱਧ ਉਹਦੇ ਹੁੰਦਾ ਮੇਰੇ ਦਫ਼ਤਰ ਆਉਣਾ, ਬਸ ਉਹ ਵੀ ਥੋੜਾ ਜਿਹਾ ਉੱਚੀ ਬੋਲਦੇ ਨੇ, ਮੇਰੇ ਦਫ਼ਤਰ ਆਉਣਾ, ਇਹਦਾ ਮਤਲਬ ਰੋਜ਼ ਸੁਣਾ ਰਹੇ ਨੇ। ਉਹ ਇਦੋਂ ਅੱਗੇ ਨਹੀਂ ਮੈਂ ਕਦੇ ਕਿਸੇ ਮੰਤਰੀ ਨੂੰ ਕਹਿੰਦੇ ਦੇਖਿਆ ਅੱਜ ਤੱਕ। ਜਿਵੇਂ ਖਾਲਸਾ ਜੀ ਸੀ, ਉਹਦੇ ਡਾਕਟਰ ਸਾਹਿਬਾਨ ਸਰਦਾਰ ਦਲਵਾਰਾ ਸਿੰਘ ਨੇ ਸਾਨੂੰ ਕਿਹਾ, ਚੀਫ ਮਿਨਿਸਟਰ ਬਤੌਰ ਚੀਫ ਮਿਨਿਸਟਰ, ਕਹਿੰਦਾ ਦੇਖੋ ਡਾਕਟਰ ਸਾਹਿਬਾਨ ਤੁਹਾਡੇ ਮੈਂ ਹਸਪਤਾਲਾਂ ਦੇ ਕੰਮ, ਅਸੀਂ ਹਸਪਤਾਲਾਂ ਦੀਆਂ ਸਮੱਸਿਆਵਾਂ ਲੈ ਕੇ ਗਏ ਸੀ ਵੀ ਇੱਥੇ ਇਲਾਜ ਹੋਰ ਵਧੀਆ ਹੋਵੇ। ਉਦੋਂ ਹਾਲਾਂਕਿ ਕਾਫੀ ਚੰਗਾ ਸੀ, ਅੱਜ ਨਾਲੋਂ ਮਾੜਾ ਹਾਲ ਨਹੀਂ, ਚੰਗਾ ਹਾਲ ਸੀ ਉਦੋਂ। ਡਾਕਟਰ ਸਾਹਿਬਾਨ ਹਸਪਤਾਲ ਸੁਧਾਰਨ ਸਾਡੀ ਡਿਊਟੀ ਹੈ, ਪਤਾ ਨਹੀਂ ਮੈਂ ਸੁਧਾਰ ਸਕੂੰ ਜਾਂ ਨਾ ਸੁਧਾਰ ਸਕੂੰ। ਇੱਕ ਗੱਲ ਮੈਂ ਪੱਕਾ ਕਹਿਣਾ ਵੀ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ, ਕਿਉਂਕਿ ਜਿੱਦਾਂ ਮੈਂ ਬੜਾ ਹੋ ਗਿਆ ਨਾ, ਮੇਰੇ ਘਰ ਦੇ ਸ਼ਾਇਦ ਪੁੱਛਣ ਨਾ ਪੁੱਛਣ, ਮੇਰੀ ਟੱਟੀ ਪਿਸ਼ਾਬ ਡਾਕਟਰ ਨੇ ਨਰਸਾਂ ਨਹੀਂ ਚੁੱਕਣਾ। ਇਹ ਹੁੰਦੇ ਨੇ ਪੋਲੀਟੀਸ਼ੀਅਨ। ਮੈਂ ਕਦੀ ਡਾਕਟਰ ਸਾਹਿਬ ਕਹੇ ਤੋਂ ਬਿਨਾ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਮੈਂ ਕਦੇ ਬੋਲਦੇ ਨਹੀਂ ਸੁਣਿਆ। ਇਹ ਪਹਿਲੀ ਵਾਰੀ ਮੈਂ ਸੁਣਿਆ ਜਿਹੜੇ ਐ ਬੋਲ ਰਹੇ ਨੇ ਜਿਵੇਂ ਯਾਰ ਕੋਈ ਤੌਰ ਤਰੀਕਾ ਹੁੰਦਾ ਗੱਲ ਦਾ। ਤੁਸੀਂ ਕਿਸੇ ਨੂੰ ਮਾੜਾ ਕਹਿਣਾ, ਉਹਦਾ ਵੀ ਤੌਰ ਤਰੀਕਾ ਹੈ। ਫਿਰ ਹੁਣ ਅਗਲੀ ਗੱਲ, ਮੰਜੇ ਤੇ ਪਾਤਾ, ਹੁਣ ਉੱਥੇ ਗੱਦੇ ਸੁਧਰ ਗਏ, ਜਾਂ ਤਾਂ ਤੀਜੇ ਦਿਨ ਉੱਥੇ ਦੂਜੇ ਦਿਨ ਗੱਦੇ ਚਲੇ ਜਾਂਦੇ ਵੀ ਚਲੋ ਇਹ ਤਾਂ ਵਾਈਸ ਚਾਂਸਲਰ ਨੇ ਤਾਂ ਹੁਣ ਰਿਜ਼ਾਈਨ ਕਰਤਾ, ਇਹਦੀ ਥਾਂ ਤੇ ਤਾਂ ਅਸੀਂ ਕੋਈ ਹੋਰ ਲਾਉਣਾ। ਜੇ ਤੁਸੀਂ ਹੋਰ ਲਾਉਣਾ ਚਾਹੁੰਦੇ ਹੋ ਤੁਸੀਂ ਉਹਨੂੰ ਵੈਸੇ ਹੀ ਕਹਿ ਦਿਓ ਭਾਈ ਰਿਜ਼ਾਈਨ ਕਰ। ਅਗਲੀ ਗੱਲ, ਤੁਸੀਂ ਲਾਉਣਾ ਵੀ ਹੈ ਤੇ ਤੁਸੀਂ ਉਹਨੂੰ ਜ਼ਰੀਲ ਵੀ ਕਰਨਾ ਥੋੜਾ ਬਹੁਤਾ ਵੀ ਇਹਨੇ ਖਰਾਬੀ ਕਰੀ ਹੋਈ ਹੈ, ਤੇ ਉਹਨੂੰ ਚਾਰਜ ਸ਼ੀਟ ਕਰ ਦਿਓ, ਗਵਰਨਰ ਨੂੰ ਲਿਖੋ, ਕਿਉਂਕਿ ਇਹਨਾਂ ਕੋਲ ਪਾਵਰ ਨਹੀਂ, ਇਹਨਾਂ ਕੋਲੇ ਵਾਈਸ ਚਾਂਸਲਰ ਨੂੰ ਚਾਰਜ ਸ਼ੀਟ ਕਰਨ ਦੀ ਪਾਵਰ ਨਹੀਂ ਹੈ। ਉਹ ਚਾਂਸਲਰ ਕਰ ਸਕਦਾ, ਇਹ ਤਾਂ ਵਾਈਸ ਚਾਂਸਲਰ ਇਹਨਾਂ ਦੇ ਅੰਡਰ ਹੀ ਨਹੀਂ ਹੈ। ਉਹ ਵਿਚਾਰਾ, ਉਹਨੂੰ ਵੀ ਨਹੀਂ ਪਤਾ ਵਾਈਸ ਚਾਂਸਲਰ ਨੂੰ, ਜਾਂ ਉਹ ਨਹੀਂ ਵੀ ਚੱਲ ਠੀਕ ਹੈ, ਕਿਉਂਕਿ ਕਈ ਵਾਈਸ ਚਾਂਸਲਰ ਵੀ ਤਾਂ ਚਮਚੀ ਮਾਰਦੇ ਨੇ ਨਾ, ਵੀ ਚਮਚੀ ਮਾਰ ਲਓ, ਤੈਨੂੰ ਢੇਲਾ ਉਹ ਦਿੰਦੇ ਨਹੀਂ, ਵਾਈਸ ਚਾਂਸਲਰ ਤੂੰ ਲੱਗਿਆ ਤੈਨੂੰ ਵੱਧ ਤੋਂ ਵੱਧ ਹਟਾ ਦੇਣਗੇ, ਤੂੰ ਚਮਚੀ ਮਾਰ ਕੇ ਕੀ ਲੈਣਾ, ਤੂੰ ਕੰਪੀਟੈਂਟ ਸਰਜਨ ਹੈ, ਬਾਕੀ ਤੈਨੂੰ ਕੰਮ ਐਡਮਿਨਿਸਟ੍ਰੇਸ਼ਨ ਆਉਂਦਾ ਵੀ ਨਹੀਂ, ਤੈਂ ਕਿਹੜਾ ਯੂਨੀਵਰਸਿਟੀ ਬੜੇ ਉੱਥੇ ਘੁੰਗਰੂ ਲਾਤੇ, ਤੂੰ ਕਦੇ ਵਾਸਤੇ ਚਮਚੀ ਮਾਰਦਾ, ਹਟਾ ਦੇਣਗੇ। ਮੈਂ ਕਿਉਂ ਕਹਿਣਾ, ਇਹ ਗੱਲ ਹੋਰ ਕਰਕੇ ਆਪਣੀ ਗੱਲ ਲੰਬੀ ਹੋ ਗਈ, ਇੱਥੇ ਖਤਮ ਕਰਨ ਲੱਗਿਆ ਵੀ ਜਿਹੜੇ ਅਣਖਾਲੇ ਹੁੰਦੇ ਨੇ। ਇੱਕ ਵਾਈਸ ਚਾਂਸਲਰ ਲੱਗੇ ਹੋਏ ਸੀ, ਸਭ ਤੋਂ ਪਹਿਲੇ ਵਾਈਸ ਚਾਂਸਲਰ ਇਸ ਯੂਨੀਵਰਸਿਟੀ ਦੇ, ਸਰਕਾਰ ਨੇ ਇੱਕ ਦਿੱਲੀ ਤੋਂ ਲਿਆ ਕੇ ਬੰਦਾ ਲਾਤਾ, ਜਿਵੇਂ ਹੁਣ ਇੱਥੇ ਤਾਂ ਰੋਜ਼ ਹੀ ਦਿੱਲੀ ਦਾ ਪੈਂਦਾ ਰੌਲਾ, ਉਹਨੂੰ ਐਡਵਾਈਜ਼ਰ ਲਾਤਾ ਯੂਨੀਵਰਸਿਟੀ ਦਾ, ਉਹਨੇ ਦੂਜੇ ਦਿਨ ਰਿਜ਼ਾਈਨ ਕਰਤਾ, ਮੇਰੇ ਸਾਹਮਣੇ ਰਿਜ਼ਾਈਨ ਕਰਨਾ। ਮੈਂ ਮਹਿਕਮੇ ਸੀ, ਸੈਕਟਰੀ ਸਾਹਿਬ ਕੋਲ ਰੈਜ਼ੀਗਨੇਸ਼ਨ, ਉਹ ਕਹਿੰਦੇ ਨਹੀਂ ਕਰਨਾ, ਨਹੀਂ ਕੰਮ ਕਰਨਾ, ਹੀ ਰਿਫਿਊਜ਼ਡ। ਫਿਰ ਮੇਰੀ ਡਿਊਟੀ ਲੱਗ ਗਈ ਸਰਕਾਰ ਵੱਲੋਂ ਕਿ ਵਾਈਸ ਚਾਂਸਲਰ ਬੱਬੂ ਕੌਣ ਲਾਇਆ ਜਾਵੇ। ਮੈਂ ਜੀ ਮੈਨੂੰ ਤਾਂ ਇੱਕੋ ਹੀ ਚੰਗਾ ਬੰਦਾ ਲੱਗਦਾ ਹੈ, ਮੈਂ ਪੁੱਛ ਲੈਣਾ, ਕਹਿੰਦੇ ਠੀਕ ਹੈ। ਮੈਂ ਜੀ ਪਰ ਕਹਿਣਾ ਬਸ, ਜੇ ਤੁਸੀਂ ਉਹਨੂੰ ਕਹਤਾ ਵੀ ਉਹਨਾਂ ਨੇ ਮੰਨ ਲਿਆ, ਤੁਸੀਂ ਸਾਨੂੰ ਕਹਿਤਾ ਤੇ ਆਰਡਰ ਤੁਸੀਂ ਆਪ ਫੜਾ ਕੇ ਆਓਗੇ, ਉਹਨਾਂ ਨੇ ਨਹੀਂ ਉਰੇ ਆਉਣਾ, ਨਾ ਅਰਜੀ ਦੇਣੀ ਹੈ। ਮੈਂ ਜੀ ਡੱਬੇ ਫੋਨ ਫਾਨ, ਮੈਨੂੰ ਪਤਾ ਲੱਗਿਆ ਵੀ ਉਹ ਤਾਂ ਬਿਆਸ ਜਾ ਕੇ ਸੇਵਾ ਕਰ ਰਹੇ ਨੇ। ਮੈਂ ਫੋਨ ਕਰਤਾ, ਮੈਂ ਸਰ ਮੈਂ ਪਿਆ, ਹਾਂ ਪਹਿਲਾਂ ਦੱਸੋ ਕੀ ਗੱਲ ਹੈ। ਡਾਕਟਰ ਗੱਲ ਕੀ ਕਰਨਾ, ਮੈਂ ਜੀ ਉਹ ਵਾਈਸ ਚਾਂਸਲਰ ਦਾ ਜਿਹੜਾ ਲਾਉਣਾ ਸੀ ਬਾਬਾ ਫਰੀਦ ਯੂਨੀਵਰਸਿਟੀ ਦਾ, ਮੈਨੂੰ ਸਰਕਾਰ ਦਾ ਹੁਕਮ ਸੀਗਾ ਤੇ ਤੁਸੀਂ ਕਾਇੰਡਲੀ ਦੇ ਉੱਥੇ ਉਹਦਾ ਇਹ ਮਨਜ਼ੂਰ ਕਰ ਲਓ। ਮੈਨੂੰ ਕਹਿੰਦਾ, ਮੈਂ ਕਿਹਾ ਕਿਉਂ ਵਾਈਸ ਚਾਂਸਲਰ, ਮੈਂ ਨਹੀਂ ਲੱਗਣਾ, ਮੈਂ ਸੇਵਾ ਕਰਨਾ। ਮੈਨੂੰ ਸਰ ਤੁਸੀਂ ਐਡੇ ਵੱਡੇ ਬੰਦੇ ਹੋ, ਐਡੇ ਸਰਜਨ ਹੋ, ਐਡਾ ਤੁਹਾਡਾ ਨਾਮ ਹੈ, ਜੇ ਤੁਸੀਂ ਨਹੀਂ ਯੂਨੀਵਰਸਿਟੀ ਸਾਂਭੋਗੇ ਹੋਰ ਕੌਣ ਸਾਂਭੂਗਾ। ਮੈਨੂੰ ਕਹਿੰਦਾ ਅੱਛਾ ਕੱਲ੍ਹ ਨੂੰ ਦੱਸੂਗਾ ਮੈਂ। ਦੂਜੇ ਦਿਨ ਫਿਰ ਮੈਂ ਫੋਨ ਕਰ ਲਿਆ ਤੇ ਉਹ ਕਹਿੰਦੇ ਮੈਂ ਨਹੀਂ ਲੱਗਣਾ। ਮੈਂ ਉਹਨਾਂ ਨੂੰ ਕਹੀ ਗਿਆ, ਆਖਿਰਕਾਰ ਉਹਨਾਂ ਨੇ ਮੈਨੂੰ ਇੱਕ ਸਵਾਲ ਕਰਿਆ, ਫਸਾ ਲਿਆ ਮੈਨੂੰ ਕਹਿੰਦੇ ਪਿਆਰ ਨਾਲ ਗੱਲ ਛੱਡ ਤੂੰ ਵੀ ਮੈਂ ਡਾਇਨ ਆ, ਮੈਂ ਵੱਡਾ ਬੰਦਾ, ਮੈਂ ਕੀ ਹਾਂ, ਤੂੰ ਐਂ ਦੱਸ ਵੀ ਤੂੰ ਤੇਰਾ ਮਨ ਮੰਨਦਾ ਵੀ ਮੈਨੂੰ ਵਾਈਸ ਚਾਂਸਲਰ ਲੱਗਣਾ ਚਾਹੀਦਾ।
ਮੈਂ ਕਿਹਾ ਨਹੀਂ ਜੀ, ਸੱਚੀ ਗੱਲ ਹੈ ਇਹ। ਇੱਕ ਪਾਸੇ ਮੈਂ ਉਹਨਾਂ ਨੂੰ ਮਨਾ ਰਿਹਾ, ਮੈਨੂੰ ਲੱਗਦਾ ਵੀ ਇੱਥੇ ਤਾਂ ਯਾਰ ਇਹਦੇ ਭੁੰਡਣ ਦੀ ਖੱਕਰ 'ਚ ਹੱਥ ਪਾ ਕੇ ਕੀ ਲੈਣਾ। ਇਹ ਤਾਂ ਯੂਨੀਵਰਸਿਟੀ ਦਾ ਰੋਜ਼ ਪੇਪਰ ਲੀਕ ਹੋ ਰਹੇ ਨੇ, ਇੱਕ ਇੱਜ਼ਤਦਾਰ ਬੰਦਾ ਆਪਣੀ ਬੇਇੱਜ਼ਤੀ ਕਿਉਂ ਕਰਾਊਗਾ ਉੱਥੇ। ਇਹੋ ਜਿਹੇ ਕੰਮ ਤਾਂ ਮੈਂ ਉਦੋਂ ਕਦੇ ਸੋਚਿਆ ਹੀ ਨਹੀਂ ਸੀ ਵੀ ਐਂ ਵੀ ਹੋ ਸਕਦਾ ਹੁੰਦਾ। ਆ ਪੀਜੀਆਈ ਬਣੀ ਸੀ ਡਾਕਟਰ ਸੰਤੋਖ ਸਿੰਘ ਨੰਦ ਨੂੰ ਕੈਰੋਂ ਸਾਹਿਬ ਨੇ, ਮੁੱਖ ਮੰਤਰੀ ਨੇ ਕੈਰੋਂ ਵਰਗੇ ਤਾਂ ਇਹ ਸਵਾਲ ਹੀ ਨਹੀਂ ਪੈਂਦਾ, 7 ਜਨਮ ਲੈ ਕੇ ਨਹੀਂ ਬਣ ਸਕਦੇ। ਡਬਲ MA ਉਹ ਮਿਸ਼ੀਗਨ ਯੂਨੀਵਰਸਿਟੀ ਚੋਂ, ਉਹਨੇ ਡਾਕਟਰ ਸੰਤੋਖ ਸਿੰਘ ਨੰਦ ਨੂੰ ਕਿਹਾ ਵੀ ਆਪਾਂ ਪੀਜੀਆਈ ਬਣਾਉਣੀ ਹੈ। ਉਹ ਕਹਿੰਦੇ ਹਾਂ ਬਣਾ ਲਾਂਗੇ, ਪਰ ਮੈਂ ਪ੍ਰਤਾਪ ਸਿੰਘ ਕੈਰੋਂ ਨਾਲ ਗੱਲ ਕਰੂੰ, ਮੈਂ ਮੁੱਖ ਮੰਤਰੀ ਨਾਲ ਵੀ ਗੱਲ ਨਹੀਂ ਕਰਨੀ। ਕਹਿੰਦੇ ਠੀਕ ਹੈ, ਪੀਜੀਆਈ ਬਣ ਗਈ। ਇੱਕ ਸਾਰੇ ਡਾਇਰੈਕਟਰ ਸੀ ਡਾਕਟਰ ਮਹਿੰਦਰ ਸਿੰਘ ਗਰੇਵਾਲ, ਮੇਰੇ ਟੀਚਰ ਰਹੇ ਨੇ। ਉਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਪ੍ਰੋਟੋਕਾਲ ਦਾ ਕੀ ਮਤਲਬ ਹੈ। ਇੱਕ PA ਨੇ ਚਿੱਠੀ ਲਿਖਤੀ, ਉਹ ਚਿੱਠੀ ਚੱਕ ਕੇ ਚਲੇ ਗਏ ਸੈਕਟਰੀ ਕੋਲੇ, ਕਹਿੰਦੇ ਬੀਬੀ ਜੀ ਤੁਸੀਂ ਚਲੋ ਮੇਰੇ ਜਿੰਨੀ ਉਮਰ ਤਾਂ ਨਹੀਂ ਹੈ, ਤੁਹਾਨੂੰ ਉੱਤੇ ਲਾਤਾ ਮੇਰੇ, ਤੁਹਾਨੂੰ ਤਾਂ ਮੈਂ ਫਿਰ ਵੀ ਅਫਸਰ ਮੰਨੂ। ਆ ਮੁੰਡੂ ਕੌਣ ਹੈ? ਜੇ ਮੁੰਡੂ ਚਿੱਠੀ ਲਿਖੂ ਤਾਂ ਮੇਰਾ ਕਲਰਕ ਲਿਖਾ ਕਰੂ ਚਿੱਠੀ। ਇੱਕ ਪ੍ਰੋਟੋਕਾਲ ਦਾ ਮਤਲਬ ਹੈ ਸੁਖਵਿੰਦਰ। ਮੈਨੂੰ ਕੰਮ ਹੈ, ਮੈਂ ਤੁਹਾਨੂੰ ਫੋਨ ਕਰੂੰ ਜੇ ਲੈਂਡਲਾਈਨ ਸੀ ਹੁੰਦੀ ਅੱਗੇ, ਜਾਂ ਮੈਂ ਰਿਕੁਐਸਟ ਕਰੂੰ। ਮੈਂ ਸਮਝਦਾ ਵੀ ਸੁਖਵਿੰਦਰ ਨੂੰ ਮੈਨੂੰ ਹੀ ਗੱਲ ਕਰਨੀ ਚਾਹੀਦੀ ਹੈ। ਫਿਰ ਵੀ ਮੈਂ ਕਿਸੇ ਨੂੰ, ਤੁਹਾਡੇ ਬੰਦੇ ਨੂੰ ਕਹੂੰਗਾ ਵੀ ਸੁਖਵਿੰਦਰ ਜੀ ਨੂੰ ਕਹਿ ਦੇਣਾ ਵੀ ਡਾਕਟਰ ਸਾਹਿਬ ਜਿਹੜਾ ਗੱਲ ਕਰਨੀ ਚਾਹੁੰਦੇ ਸੀ। ਵੱਧ ਤੋਂ ਵੱਧ ਇੰਨਾ ਹੋਏਗਾ, ਅਬਲੇ ਤਾਂ ਮੈਂ ਹੀ ਕਰੂੰਗਾ ਕਿਉਂਕਿ ਮੈਨੂੰ ਕੰਮ ਹੈ, ਤੁਹਾਨੂੰ ਕੰਮ ਹੈ ਤੁਸੀਂ ਕਰੋਗੇ। ਇਹ ਪ੍ਰੋਟੋਕੋਲ ਆਪਾਂ ਰੋਜ਼ ਘਰਾਂ 'ਚ ਨਹੀਂ ਦੇਖਦੇ। ਮਿਲਣੀਆਂ ਹੁੰਦੀਆਂ ਨੇ, ਮਿਲਣੀਆਂ 'ਚ ਕੁੜਮ ਨੂੰ ਮਿਲ ਨਹੀਂ ਦਿੰਦਾ ਤੇ ਹੋਰ ਹੀ ਦੇ ਜਾਂਦਾ ਆ ਕੇ। ਸੋ ਇਸ ਕਰਕੇ ਸਾਡੇ ਸਿਸਟਮ 'ਚ ਮਿਲ ਜਾਂਦਾ। ਹੈਲਥ ਸਿਸਟਮ ਬੜਾ ਮਾੜਾ ਹੈ, ਉਹਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਖਰਾਬ ਕਰਿਆ ਹੋਇਆ। ਉਹ ਕਾਰਪੋਰੇਸ਼ਨ ਸਿਆਸਤਦਾਨਾਂ ਦੇ ਨਾਲ ਰਲੀ ਹੋਈ ਹੈ, ਉਹ ਬਿਊਰੋਕਰੇਟ ਉਹਨੂੰ ਚਲਾਉਂਦੇ ਨੇ, ਤੇ ਉੱਥੇ ਸਾਰਾ ਘਟੀਆ ਸਮਾਨ ਖਰੀਦਿਆ ਜਾਂਦਾ, ਘਟੀਆ ਬਿਲਡਿੰਗਾਂ ਬਣਾਈਆਂ ਜਾਂਦੀਆਂ ਨੇ, ਘਟੀਆ ਦਵਾਈਆਂ ਖਰੀਦੀਆਂ ਜਾਂਦੀਆਂ ਨੇ। ਜਿੱਦੇ ਮਰਜ਼ੀ ਕਹਾ ਲੈਣ, ਜਿੱਦੋਂ ਦਵਾਈ ਖਤਮ ਹੋ ਜਾਂਦੀ ਹੈ ਉਹਦੇ ਇੱਕ ਗਿੱਦੜ ਪਰਚੀ ਕੱਢ ਦਿੰਦੇ ਨੇ ਵੀ ਫਲਾਣਾ ਬੈਚ ਮਾੜਾ ਸੀ, ਇਹ ਵਰਤਿਆ ਨਾ ਜਾਵੇ। ਉਹ ਤੋਂ ਪਹਿਲਾਂ ਵਰਤਿਆ ਜਾ ਚੁੱਕਿਆ ਹੁੰਦਾ। ਸੋ ਇਸ ਕਰਕੇ ਸਾਰੀ ਹੇਰਾ ਫੇਰੀ ਉੱਤੋਂ ਚੱਲ ਰਹੀ ਹੈ। ਜੇ ਮੰਤਰੀ ਸਾਹਿਬ 'ਚ ਹਿੰਮਤ ਹੈਗੀ ਹੈ, ਨਾ ਤਾਂ ਬਜਟ ਘਟ ਜੂਗਾ, ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਕਰਨ ਬੰਦ, ਤੇ ਫਿਰ ਆਪਦਾ ਕੰਮ ਸ਼ੁਰੂ ਕਰਨ। ਉਹ ਫਾਲਤੂ ਦਾ, ਉਹ ਬਿਨਾਂ ਮਤਲਬ ਦੇ ਚੱਲ ਰਹੀ ਹੈ, ਉਹ ਖਰਚਾ ਹੋ ਰਿਹਾ ਫਾਲਤੂ ਦਾ, ਪਰ ਉਹ ਪੈਸਿਆਂ ਦੀ ਕਾਣ ਹੈ ਜਿਹੜੇ ਉੱਥੇ ਲੱਗਦੇ ਨੇ। ਇਹ ਕਰ ਦੇਣ ਬੰਦ ਜੇ ਹਿੰਮਤਾਂ ਤਾਂ। ਜੇ ਉਹਨੂੰ ਸੁਧਾਰਨਾ, ਅਗਲੀ ਗੱਲ, ਜੇ ਸੁਧਾਰਨਾ ਹੈ ਤਾਂ ਡਿਸਪੈਂਸਰੀਆਂ ਜਿਹੜੀਆਂ ਨੇ ਪੰਚਾਇਤ ਰਾਜ ਨੂੰ ਦਿੱਤੀਆਂ ਹੋਈਆਂ ਨੇ, ਡਾਕਟਰ ਗੈਰ ਹਾਜ਼ਰ ਰਹਿੰਦੇ ਨੇ, ਪੈਸੇ ਦੇ ਕੇ ਰਹਿੰਦੇ ਨੇ, ਔਰ ਸਾਰਾ ਪੰਚਾਇਤ ਰਾਜ ਨੂੰ ਉੱਤੇ ਤੱਕ ਜਾਂਦੇ ਨੇ। ਜਦੋਂ ਉਹਨਾਂ ਤੋਂ ਵਾਪਸ ਮੰਗਦੇ ਨੇ ਤਾਂ ਫਾਈਨੈਂਸ਼ੀਅਲ ਕਮਿਸ਼ਨਰ ਪੰਚਾਇਤ ਰਾਜ ਨੇ ਲਿਖਤਾ ਸੀ ਵੀ ਤੁਸੀਂ ਇਹਨਾਂ ਤੋਂ ਕੀ ਕੰਮ ਕਰਾਓਗੇ। ਇਹ ਪੁੱਛਣ ਵੀ ਭਾਈ ਤੂੰ ਇਹ ਕਿਉਂ ਲਿਖਦਾ, ਤੂੰ, ਤੇਰੇ ਤਾਂ ਡਾਕਟਰ ਹੈ ਹੀ ਨਹੀਂ, ਬਜਟ ਤਾਂ ਅਸੀਂ ਦਿੰਦੇ ਹਾਂ ਇਹਨੂੰ, ਤੇ ਤੈਨੂੰ ਕੀ ਲੋੜ ਹੈ, ਅਸੀਂ ਕੀ ਕੰਮ ਕਰਾਵਾਂਗੇ ਕੀ ਨਹੀਂ ਕਰਾਵਾਂਗੇ, ਤੈਨੂੰ ਦੱਸ ਕੀ ਹੈ ਇਹਦੀ ਗਲਤੀ ਆ ਗਈ ਵੀ ਕਿਉਂ ਪੁੱਛਦਾ ਤੂੰ। ਉਹਨੂੰ ਤਾਂ ਲਿਖਣ ਦੀ ਲੋੜ ਨਹੀਂ ਸੀ ਨਾ, ਕਿਉਂਕਿ ਫਿਰ ਨਹੀਂ ਨਾ। ਫਿਰ ਰੂਰਲ ਏਰੀਏ ਦੇ ਵਿੱਚ 426 ਪ੍ਰਾਇਮਰੀ ਹੈਲਥ ਸੈਂਟਰ ਨੇ, ਉਹਨਾਂ 'ਚ ਕਿਤੇ ਇੱਕ ਨਰਸ ਹੈ, ਕਿਤੇ ਇੱਕ ਡਾਕਟਰ ਹੈ, ਕਿਤੇ ਕੋਈ ਵੀ ਨਹੀਂ। ਉੱਥੇ ਡਾ ਦੇ ਅਮਲਾ। ਐਂ ਨਹੀਂ ਆ ਵੀ ਦੂਜੀ ਜਗ੍ਹਾ ਤੇ ਵਾਧੂ ਇੱਥੇ ਉੱਥੇ ਤਾਂ ਨਹੀਂ। ਸਕੂਲਾਂ 'ਚ ਤਾਂ ਆਇਆ ਵੀ ਇੱਕ ਜਗ੍ਹਾ ਤੇ 20 ਟੀਚਰ ਬੈਠੇ ਨੇ, ਦੂਜੀ ਜਗ੍ਹਾ ਤੇ ਹੈ ਨਹੀਂ, ਉੱਥੇ ਅਮਲਾ ਹੈ ਹੀ ਨਹੀਂ। 3000 ਨਰਸਾਂ ਦੀ ਪੋਸਟਾਂ ਭਰੀਆਂ ਹੋਈਆਂ, 1900 ਕਿੰਨੀਆਂ ਦੇ 2000। ਫਾਰਮਾਸਿਸਟਾਂ ਦੀ 3000 ਪੋਸਟਾਂ ਉਹਦੀਆਂ ਚੀਜ਼ਾਂ ਸਭ ਭਰੀਆਂ ਨੇ। ਲੈਬੋਰਟਰੀ ਟੈਕਨੀਸ਼ੀਅਨ ਦੀ ਪੋਸਟਾਂ ਘੱਟ ਭਰੀਆਂ ਹੋਈਆਂ ਨੇ। ਸੋ ਇਹ ਭਰਤੀ ਕਰ ਲੈ, ਇਹ ਲਾ ਦੇ। ਡਾਕਟਰਾਂ ਦੇ ਬਹੁਤ ਘੱਟ ਹੈ, 4400 ਡਾਕਟਰ ਹੁੰਦਾ ਸੀ 1980 'ਚ, ਸਾਰੀਆਂ ਭਰੀਆਂ ਹੁੰਦੀਆਂ ਸੀ। ਅੱਜ 4400 ਹੀ ਹੈ, ਪਰ 1000 ਪੋਸਟ ਖਾਲੀ ਹੈ, ਔਰ ਇਹਨਾਂ ਦੇ ਕਾਗਜ਼ਾਂ 'ਚ ਖਾਲੀ ਆ। ਉਹ ਐਂ ਨਹੀਂ, ਪੁੱਛ ਲੈ, ਲਾ ਦੇਵੇ। ਸੋ ਹੈਲਥ ਸੇਵਾਵਾਂ ਸੁਧਰਨਗੀਆਂ, ਉੱਥੇ ਬਿਲਡਿੰਗਾਂ ਸਾਫ਼ ਹੋਣ, ਠੀਕ ਬਣਨ। ਉਹ ਬਣਾਉਂਦੀ ਹੈ ਹੈਲਥ ਸਿਸਟਮ ਕਾਰਪੋਰੇਸ਼ਨ। ਉਹਨੂੰ ਪੁੱਛ ਲੈ ਭਾਈ ਇਹ ਚੋਂਦੀਆਂ ਕਿਉਂ ਨੇ, ਇਹ ਲੈਂਟਰ ਕਿਉਂ ਟੁੱਟੀ ਜਾਂਦੇ ਨੇ, ਇਹ ਬਾਥਰੂਮ ਇੰਨੇ ਸਿੱਧੇ ਕਿਉਂ ਰਹਿੰਦੇ ਨੇ, ਇਹ ਫਲਸ਼ ਟੁੱਟੇ ਹੀ ਕਿਉਂ ਰਹਿੰਦਾ, ਇਹ ਟੂਟੀ ਲੀਕ ਹੀ ਕਿਉਂ ਕਰਦੀ ਰਹਿੰਦੀ ਹੈ। ਉਹਨਾਂ ਨੂੰ ਪੁੱਛ ਲੈ, ਉਹਨਾਂ ਨੇ ਉਹਨੂੰ ਸਾਫ਼ ਕਰਨਾ। ਗਾ ਮੇਨਟੇਨੈਂਸ ਵੀ ਉਹਨਾਂ ਕੋਲ ਹੈ। ਕਲਾਸ 4 ਨੇ ਕਮੋਡ ਨੂੰ, ਲੈਟਰਨ ਵਾਲੇ ਨੂੰ, ਜਾਂ ਜਿਹੜਾ ਸ਼ੈਂਕ ਹੈ ਉਹ ਤੇਜ਼ਾਬ ਨਾਲ ਉਹਨੇ ਨਹੀਂ ਸਾਫ਼ ਕਰਨਾ, ਉਹਦੀ ਡਿਊਟੀ ਨਹੀਂ ਹੈ, ਉਹ ਪਬਲਿਕ ਹੈਲਥ ਨੇ ਕਰਨਾ। ਕਰਵਾ ਦੇ ਇਸ ਤੋਂ ਅੱਗੇ। ਪਰ ਇਹ ਤਾਂ ਉੱਥੇ ਹਸਪਤਾਲ 'ਚ ਇਹਨੂੰ ਬਾਥਰੂਮ ਕਮੋਡ ਗੰਦਾ ਹੀ ਦਿਖੂਗਾ ਨਾ, ਇਹਨੂੰ ਤਾਂ ਪਤਾ ਨਹੀਂ ਵੀ ਇਹਦੀ ਡਿਊਟੀ ਕਿਹਦੀ ਹੈ। ਸੋ ਇਸ ਕਰਕੇ ਇੱਦਾਂ ਹੀ ਕਮਿਊਨਿਟੀ ਹੈਲਥ ਸੈਂਟਰ ਨੇ,
ਪੰਜਾਬ ਦੇ ਰੂਰਲ ਏਰੀਆ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਇੱਕ ਵੀ ਸਪੈਸ਼ਲਿਸਟ ਨਹੀਂ। ਲੋਕਾਂ ਨੂੰ ਸੇਵਾ ਦਾ ਤਾਂ ਹੱਕ ਹੈ ਲੈਣ ਦਾ ਨਾ। ਜਿਹੜੇ ਇਹਨਾਂ ਦੇ ਫੇਸਬੁੱਕ ਹੀ ਪਹਿਲਵਾਨ ਨੇ ਉਹ ਕਹਿ ਦੇਣ, ਇਹਦਾ ਮਤਲਬ 2 ਕਰੋੜ ਦੀ ਆਬਾਦੀ ਦੀ ਤਾਂ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ। 2 ਕਰੋੜ ਦੀ ਰੂਰਲ ਏਰੀਆ ਦੀ ਆਬਾਦੀ ਨੂੰ ਨਾ ਆਊਟਡੋਰ ਦੀਆਂ ਸੇਵਾਵਾਂ ਮਿਲ ਰਹੀਆਂ ਨੇ, ਨਾ ਐਮਰਜੈਂਸੀ ਸੇਵਾਵਾਂ ਮਿਲ ਰਹੀਆਂ ਨੇ, ਨਾ ਸਪੈਸ਼ਲ ਸੇਵਾਵਾਂ ਮਿਲ ਰਹੀਆਂ ਨੇ। ਦੇ ਦੇਣ ਜਵਾਬ, ਮਿਲਣੀਆਂ ਚਾਹੀਦੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਇਹ ਮੰਤਰੀ ਸਾਹਿਬ ਦੇਖ ਲੈਣ ਵੀ ਕਿਵੇਂ ਦੇਣੀਆਂ ਨੇ। ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ, ਸੇਵਾਵਾਂ ਸੁਧਰਨ। ਜਿਹੜੇ ਕਮਿਸ਼ਨ ਲੈਂਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਪਰ ਬੇਇੱਜ਼ਤੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਉਹ ਭਾਵੇਂ ਮੁੱਖ ਮੰਤਰੀ ਹੋਵੇ, ਭਾਵੇਂ ਉਹ ਮੰਤਰੀ ਹੋਵੇ, ਭਾਵੇਂ ਸੰਤਰੀ ਹੋਵੇ, ਜੇ ਉਹ ਬੇਇੱਜ਼ਤੀ ਕਰੇਗਾ ਤਾਂ ਕੋਈ ਸ਼ਰੀਫ ਆਦਮੀ ਨਹੀਂ ਕਰਨਗੇ। ਇੱਕ ਦਿਨ ਉਹ ਇਹਦਾ ਆ ਜਾਏਗਾ ਜਿੱਦਾਂ ਫਿਰ ਲੋਕ ਸੁਣਨਾ ਬੰਦ ਕਰ ਦੇਣਗੇ, ਜਾਣਾ ਬੰਦ ਕਰ ਦੇਣਗੇ। ਇਹ ਕਹਿਣਗੇ ਤੁਸੀਂ ਆਓ, ਉਹ ਕਹਿਣਗੇ ਮੈਂ ਨਹੀਂ ਆਉਣਾ, ਤੁਸੀਂ ਚਾਰਜਸ਼ੀਟ ਕਰ ਦਿਓ ਜਿਹੜੀ ਕਰਨੀ ਹੋਊਗੀ। ਫਿਰ ਇਹ ਚਾਰਜਸ਼ੀਟ ਕਰਨਗੇ, ਉਹ ਕੋਰਟ 'ਚ ਜਾ ਕੇ ਸਟੇ ਲਾਏਗਾ। ਔਰ ਸਾਰੇ ਬੰਦੇ ਇਹੋ ਜਿਹੇ ਨਹੀਂ ਹੁੰਦੇ। ਉਹ ਹੋ ਸਕਦਾ ਇਹ ਵੀ ਮੁਕੱਦਮ ਉਹਦੇ ਤੇ ਲਾ ਦੇ ਕਿ ਜੀ ਮੈਨੂੰ ਕਹਿੰਦੇ ਸੀ 25 ਦੀ 26 ਬਣਾ, ਮੈਂ ਬਣਾਈ ਨਹੀਂ, ਮੈਨੂੰ ਤਾਂ ਚਾਰਜਸ਼ੀਟ ਕਰੀ ਹੈ। ਹਾਲਾਂਕਿ ਮੈਂ ਕਦੇ ਇਦਾਂ ਨਹੀਂ ਕਰਦਾ। ਮੈਂ ਉਹੀ ਗੱਲ ਕਹਿਣਾ ਜਿਹੜੀ ਅਗਲੇ ਨੇ ਕਹੀ ਹੋਵੇ, ਉਨੀ ਵੀ ਨਹੀਂ ਕਹਿੰਦਾ, ਉਦੋਂ ਵੀ ਘੱਟ ਕਰਕੇ ਕਹਿਣਾ। ਪਰ ਇਹ ਗੱਲ ਪੱਕੀ ਹੈ, ਕਿਉਂਕਿ ਸਾਰੇ ਬੰਦੇ ਤਾਂ ਇੱਕੋ ਜਿਹੇ ਨਹੀਂ ਨਾ ਹੁੰਦੇ। ਅਗਲਾ ਕਹਿੰਦਾ ਭਾਈ ਦੇ ਜੋ ਦੋਸ਼ ਲਾ ਦਿਓ। ਜੇ ਐਂ ਮੰਤਰੀ ਦਾ ਹੁਕਮ ਮੰਨਣ ਲੱਗੇ, ਫਿਰ ਤਾਂ ਜਿਹੜੇ ਮੰਤਰੀ ਦੀ ਪਾਰਟੀ ਦੇ ਬੰਦੇ ਨੇ, 2 ਪਾਰਟੀਆਂ ਦੀ ਲੜਾਈ ਹੋ ਗਈ। ਇੱਕ ਬੰਦਾ ਕਿਸੇ ਪਾਰਟੀ ਨਾਲ ਨਹੀਂ, ਇੱਕ ਮੰਤਰੀ ਦੀ ਪਾਰਟੀ ਨਾਲ ਹੈ। ਫਿਰ ਤਾਂ ਜੇ ਮੰਤਰੀ ਦੀ ਪਾਰਟੀ ਦੇ ਉਲਟਾ ਲਾਇਆ, ਉਹ ਭਾਵੇਂ ਉਹਦਾ ਸਿਰ ਵੀ ਪਾੜਤਾ ਹੋਵੇ, ਉਹਦੇ ਤਾਂ ਮੈਡੀਕਲ ਲੀਵ ਕੱਟੇ ਨਹੀਂ ਜਾਣਾ, ਕਿਉਂਕਿ ਮੰਤਰੀ ਸਾਹਿਬ ਤਾਂ ਬੰਦੇ ਤੇ ਢਾਹ ਲੈਂਦੇ ਨੇ ਬੰਦੇ ਨੂੰ ਜਾ ਕੇ। ਤੇ ਜੇ ਇਹਨਾਂ ਦੇ ਬੰਦੇ ਦੇ ਭਾਵੇਂ ਚੀਚੀ ਉਂਗਲੀ ਤੇ ਸੱਟ ਲੱਗੀ ਹੋਵੇ, ਇਹ ਕਹਿਣਗੇ 26 ਬਣਾ, ਫਿਰ ਤਾਂ ਹੀ ਹੋਊਗਾ। ਸੋ ਇਸ ਕਰਕੇ ਮੰਤਰੀ ਜੀ ਨੂੰ ਐਦਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਹੈਲਥ ਸੇਵਾਵਾਂ ਸੁਧਰਨੀਆਂ ਚਾਹੀਦੀਆਂ ਨੇ। ਲੋਕਾਂ ਨੂੰ ਸਰਕਾਰੀ ਸੇਵਾਵਾਂ ਤੋਂ ਹੀ, ਕਿਉਂਕਿ ਪ੍ਰਾਈਵੇਟ 'ਚ ਜਾ ਨਹੀਂ ਸਕਦੇ, ਸਕੂਲਾਂ 'ਚ ਫਿਰ ਵੀ ਜਾ ਸਕਦੇ ਨੇ, ਪਰ ਹੈਲਥ ਵਾਸਤੇ ਪ੍ਰਾਈਵੇਟ 'ਚ ਮੈਜੋਰਟੀ ਜਨਤਾ ਨਹੀਂ ਜਾ ਸਕਦੀ। ਉਹਦੇ ਵਾਸਤੇ ਨਿਊਟ੍ਰੀਸ਼ਨ ਵਾਲਾ ਹੈ, ਉਹਦੀ ਜ਼ਿੰਮੇਵਾਰੀ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਹੈ। ਉਹਦੇ ਵਾਸਤੇ ਅਨੀਮੀਆ ਲੋਕਾਂ ਨੂੰ 63% ਮੁਟਿਆਰਾਂ ਨੂੰ 60 ਤੋਂ 63%, ਇਹਨਾਂ ਦੀ ਆਪਦੀ ਰਿਪੋਰਟ ਹੈ ਅੱਜ ਦਸੰਬਰ ਦੀ ਪਿਛਲੀ। ਜੇ 15 ਤੋਂ 19 ਸਾਲ ਦੀਆਂ ਮੁਟਿਆਰਾਂ 60% ਤੋਂ ਉੱਪਰ ਖੂਨ ਦੀ ਕਮੀ ਹੈ, ਕਿਸੇ ਦੀ ਤਾਂ ਜ਼ਿੰਮੇਵਾਰੀ ਹੋਊ ਨਾ, ਫਿਰ ਬਿਮਾਰ ਤਾਂ ਹੋਣਾ ਹੀ ਹੈ। ਜੇ ਘਬਰੇਟ, ਜਿਨ੍ਹਾਂ ਨੂੰ ਆਪਾਂ ਕਹਿੰਦਾ ਨੌਜਵਾਨ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ, ਜਿਹੜੇ ਪੂਰਨ ਸਿੰਘ ਦਾ ਲਿਖਿਆ ਹੋਇਆ, ਜਿਹਨਾਂ ਤੇ ਲਾਲੀਆਂ ਦਗਦੀਆਂ ਨੇ, ਉਹ ਲਾਲੀਆਂ ਵਾਲੇ 30% ਨੌਜਵਾਨ, 30% ਹਰ ਤੀਜਾ ਨੌਜਵਾਨ, ਤੁਹਾਨੂੰ ਪਤਾ ਵੀ ਉਹਨੂੰ ਅਨੀਮੀਆ ਹੈ, ਖੂਨ ਦੀ ਕਮੀ ਹੈ। ਔਰ ਕਿਹੜਾ ਨੌਜਵਾਨ? 15 ਤੋਂ 19 ਸਾਲ ਦਾ। ਉਹ ਇਹਨਾਂ ਦੀ ਆਪਦੀ ਰਿਪੋਰਟ ਹੈ। ਇਹ ਕਰ ਲੈਣ, ਠੀਕ ਕਰਨਾ ਚਾਹੀਦਾ। ਮੈਨੂੰ ਤਾਂ ਲੱਗਦਾ ਸਾਨੂੰ ਤਾਂ ਸ਼ਰਮ ਆਉਂਦੀ ਹੈ। ਅਸੀਂ ਇਹ ਡਾਕਟਰ ਕਾਹਦੇ ਹੋਏ ਜੇ ਲੋਕਾਂ ਦੀ ਸਿਹਤ ਹੀ ਨਹੀਂ ਠੀਕ ਹੋਣੀ। ਸੋ ਸਾਡੀ ਡਿਊਟੀ ਹੈ ਕਿ ਅਸੀਂ ਆਪਦੇ ਵੱਲੋਂ ਪੂਰਾ ਜ਼ੋਰ ਲਾਈਏ, ਪਰ ਨਾਲ ਦੀ ਨਾਲ ਸਰਕਾਰ ਨੂੰ ਵੀ ਕੁਝ ਕਰਨਾ ਪਏਗਾ। ਔਰ ਜਿਹੜੇ 5 ਦਿਨ ਕਰਨ ਵਾਲੇ ਨੇ, ਚਾਹੇ ਉਹ ਡਾਕਟਰ ਨੇ, ਚਾਹੇ ਉਹ ਨਰਸਾਂ ਨੇ, ਜਿਹੜੇ ਮਰਜ਼ੀ ਅਹੁਦੇ ਤੇ ਨੇ, ਉਹਦੇ ਤੇ ਐਕਸ਼ਨ ਆਣ, ਪਰ ਵਿਧੀਵਤ, ਥੱਪੜੀ ਨਹੀਂ ਹੋਣਾ। ਇਹ ਕੋਈ ਤਰੀਕਾ ਨਹੀਂ ਹੈ। ਅੱਜ ਤਾਂ ਮੇਲ ਸੀਗਾ, ਕੱਲ ਨੂੰ ਕੋਈ ਸਟਾਫ ਨਰਸ ਨੂੰ ਇਦਾਂ ਕਹਦੇ ਫੜ ਕੇ ਚੱਲ ਇਸ ਮੰਜੇ ਤੇ ਤੂੰ ਲੇਟ ਕੇ ਦਿਖਾ, ਇਹਦੀ ਚਾਦਰ ਮਾੜੀ ਹੈ, ਇਹ ਚੰਗਾ ਲੱਗੂ? ਤੁਸੀਂ ਇਹਨੂੰ ਕਹਿੰਦੇ ਹੋ? ਇਹਨਾਂ ਦੀ ਜਿਹੜੀ ਫੇਸਬੁੱਕ ਤੇ ਲੋਕ ਨੇ ਉਹ ਕਹਿਣ ਵੀ ਹਾਂ ਜੀ ਜਿਹੜੀ ਮਰਜ਼ੀ ਉੱਥੇ 50% ਲੇਡੀ ਡਾਕਟਰਸ ਨੇ, ਕੀ ਕਰੂ? ਤੁਸੀਂ ਕੰਮ ਤੋਂ ਲੈਣਾ ਨਹੀਂ ਆਉਂਦਾ, ਕੰਮ ਤੁਹਾਨੂੰ ਕਰਾਉਣਾ ਨਹੀਂ ਆਉਂਦਾ, ਐਰੋਗੈਂਸ ਤੁਹਾਡੇ ਅੰਦਰ ਹੈ, ਨਿਰਪੱਖ ਤੁਸੀਂ ਹੈ ਨਹੀਂ। ਮੈਂ ਕਹਿਣ ਨੂੰ ਚਾਹ ਰਿਹਾ, ਜੇ ਮੰਤਰੀ ਨਿਰਪੱਖ ਹੁੰਦਾ ਤਾਂ ਕੰਮ ਹੋਣਾ ਹੀ ਨਹੀਂ ਸੀ। ਬਥੇਰੇ ਮੰਤਰੀ ਆਏ ਨੇ, ਜਿੰਨੀ ਇਹਨਾਂ ਦੀ ਉਮਰ ਹੈ ਨਾ, ਉਨੀ ਉਮਰ ਤਾਂ ਮੈਨੂੰ ਡੀਲ ਕਰਦੇ ਨੂੰ ਹੋ ਗਿਆ ਮੰਤਰੀਆਂ ਨਾਲ। ਤੇ ਸਾਰੇ ਮੰਤਰੀ ਸਭਾ ਨੇ ਜਿਸ ਤਰ੍ਹਾਂ ਗੱਲ ਕਰਦੇ ਸੀ, ਕੰਮ ਵੀ ਕਰਾਉਂਦੇ ਸੀ, ਔਰ ਇਹ ਗੱਲ ਵੀ ਦੱਸ ਦਿੰਦੇ ਸੀ ਵੀ ਦੇਖੋ ਗੱਲ ਇਹ ਹੈ, ਜੇ ਕੰਮ ਨਾ ਹੋਇਆ ਫਿਰ ਕੰਮ ਤਾਂ ਉਲਟਾ ਹੀ ਹੋਊਗਾ। ਇਹ ਵੈਸੇ ਹੀ ਤਰੀਕਾ ਹੁੰਦਾ, ਸਿਆਣੇ ਨੂੰ ਇਸ਼ਾਰਾ ਹੀ ਚੰਗਾ ਹੁੰਦਾ, ਬਥੇਰਾ ਹੁੰਦਾ। ਸੋ ਇਸ ਕਰਕੇ ਜਿਹੜਾ ਬੰਦਾ ਉਦਾਂ ਹੀ, ਇੱਕ ਲਾਸਟ ਗੱਲ ਕਹਿ ਕੇ ਆਪਣੀ ਗੱਲ ਖਤਮ ਕਰ ਰਿਹਾ, ਮੈਨੂੰ ਕਿਸੇ ਨੇ ਆਖਿਆ, ਮੈਂ ਅੱਜ ਤੱਕ, ਤੁਸੀਂ ਮੰਨੋਗੇ, ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਮੈਨੂੰ ਕਹਿੰਦੇ ਵੀ ਇਹ ਫਾਰਮੂਲਾ ਕੀ ਹੈ? ਮੈਂ ਫਾਰਮੂਲਾ ਇਹ ਹੈ ਵੀ ਤੁਹਾਡੇ ਮਿਆਨ 'ਚ ਤਲਵਾਰ ਪਈ ਰਹੇ ਤੇ ਲੋਕ ਡਰਨ ਵੀ, ਜਿੱਦੇ ਨਿਕਲੀ ਉਹਦੇ ਗਰਦਨ ਲਾਹੇਗੀ ਕਿਸੇ ਦੀ, ਪਰ ਤੁਹਾਨੂੰ ਕੱਢਣੀ ਨਾ ਪਵੇ।
ਕੰਮ ਵੈਸੀ ਹੋਈ ਆ। ਜੀ ਸਮਝ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।